ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰ ਮਹਾਰਾਜ ਸ਼੍ਰੀ ਵਿਸ਼ਨੂੰ ਭਗਵਾਨ ਦੀ ਜੈ। ਹੰ ਮਹਾਰਾਜ ਸ਼ੇਰ ਸਿੰਘ ਭਗਵਾਨ ਦੀ ਜੈ। हे गुरमुख जनों, आप जी ने एक शब्द सरवण किया कि परमेश्वर आप जी दे घर भी उन्होंने गल्लां बहुत करते। बलविंदर सिंह आवाज ਉੱਚੀ ਕਰ ਯਾਰ। नहीं आवाज नहीं, उधर गल्लां करते कि परमेश्वर ਤੁਹਾਡੇ घर आया गल्लां ना कर मुझ। शायद उन्होंने गुरमुखा जिन्हें ये शब्द पहली बारी सुनिया होवे उन्होंने ये समझ ना आई होवे कि परमेश्वर ਤੁਹਾਡੇ घर आया। परमेश्वर के आने की गल तो कभी ग्रंथां शास्त्रां च हुई नहीं। हाँ, वह सरगुण स्वरूप गुर अवतार पैगंबरां के रूप च आउंदा रहा। लेकिन जो आप जी ने शब्द पढ़िया उस सच्चे पातशाह ये कहा कि मैं वो परमेश्वर हाँ जिहड़ा जुग जुग वेश धरदा आया है। त्रेते दे विच राम जी आए, सरगुण स्वरूप सी, पर दुनिया अज भी उन्होंने नारायण करके कहती आ। पर उसकी व्याख्या रामायण के अंदर आ कि एक राम वो जड़ा दशरथ का पुत्र सी, एक राम जिसने सृष्टि बनाई, एक राम सृष्टि बना के ਉਹਦੇ अंदर भी विचरिया, और चौथा राम उन्होंने तिना तो न्यारा आ। अगर इस तरह परमेश्वर आंदा रहा फिर धर्म ग्रंथ जड़े आ गुरुद्वारे होण असी कहने असी नमस्कार की, असी धन हो गए, असी पवित्र हो गए, पर यह कभी परमात्मा ने नहीं कही गल, गुरुआं पीरां ने नहीं कही। जेड़े मेरे वर्गे कम बुद्धि दे व्यक्ति आन के कथा करते आ, वो ये कह देंगे आ कि जिन्हें इत्थे नमस्कार की उन्हों का बेड़ा पार हो गया, वो सचखंड चले जाएंगे। गुरबाणी की एक पंक्ति आ, साध संगत अस्थान जगमग जोत है। जिथे संगत कट्ठी होवे उत्थे परमेश्वर की जोत का प्रकाश हुंदा है। पर उत्थे सारिया संगतां दे बारे ते नहीं आख्या। साध संगत जिसने उसके नाम की साधना कर ली, अगर वो साधना निपुण हो गए, उन्होंने गुरमुखां की संगत जाके असी धन हो जाते हैं। जे कहिए सारिया संगतां जिवें आम लोग की करते ब्याहां शादियां ते भी हुंदा, पहला बाणी का पाठ पठन करते आ, फिर उस बाद मां शराब की दौर चल पैंदा। कि वो साध संगत है?
ਅਸੀਂ ਵੀ ਇਹ ਵਿਹਾਰ ਕਰਦੇ ਹਾਂ, ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹਾਂ, ਔਰ ਜਿਹੜੇ ਗ੍ਰੰਥੀ ਹੁੰਦੇ ਪੈਸੇ ਲੈ ਕੇ ਆਉਂਦੇ, ਜਿਹੜੇ ਸੰਗਤ ਚ ਆ ਗਏ ਉਹ ਸਾਰਿਆਂ ਦਾ ਬੇੜਾ ਤਰ ਜਾਏਗਾ। ਇਹ ਸਿਰਫ ਪੁਰਾਣੀਆਂ ਦੀਆਂ ਕਹਾਵਤਾਂ ਬਣਾਈਆਂ ਹੋਈਆਂ। ਸਾਧ ਸੰਗਤ ਸਥਾਨ ਜਗਮਗ ਨੂਰ ਹੈ। ਕੀ ਮਾਂ ਸ਼ਰਾਬ ਖਾਣ ਵਾਲਿਆਂ ਦਾ ਨੂਰ ਪ੍ਰਵਾਨ ਹੁੰਦਾ? ਅਸੀਂ ਝੂਠ ਮਾਰਦੇ ਹਾਂ। ਹਾਂ, ਉਹ ਸਾਧ ਸੰਗਤ ਜਿੱਥੇ ਸਤਿਗੁਰੂ ਦੇ ਸਿੱਖ ਉਹਦਾ ਨਾਮ ਲੇਵਾ ਹੋਣ, ਜਿਵੇਂ ਗੁਰੂ ਨਾਨਕ ਦੇਵ ਜੀ ਦਾ ਹੁਣੀ ਡੇਰਾ ਬਾਬਾ ਨਾਨਕ ਤੋਂ ਸ਼ਾਇਦ ਗਵਰਨਮੈਂਟ ਵੀ ਲੱਗੀ ਕੁਝ ਕਰਨ, ਪਾਰ ਗੁਰਦੁਆਰਾ ਕਰਤਾਰਪੁਰ, ਉੱਥੇ ਮਹਾਰਾਜ ਜੀ ਦਾ ਜਦੋਂ ਸੱਚਖੰਡ ਪਿਆਨਾ ਹੋਇਆ, ਝਗੜਾ ਹੋ ਗਿਆ ਹਿੰਦੂਆਂ ਮੁਸਲਮਾਨਾਂ 'ਚ। ਹਿੰਦੂ ਕਹਿਣ ਲੱਗੇ ਸਾਡਾ ਇਹ ਜ਼ਾਰਾ ਪੀ ਰਿਹਾ, ਮੁਸਲਮਾਨ ਕਹਿਣ ਲੱਗੇ ਸਾਡਾ ਜ਼ਾਰਾ ਪੀ ਰਿਹਾ। ਇਹ ਇੱਕ ਇਤਿਹਾਸਕ ਤੱਥ ਆ। ਕਿਹਾ ਜਾਂਦਾ ਕਿ ਜਿਸ ਵੇਲੇ ਚਾਦਰ ਚੱਕੀ, ਉੱਥੇ ਲਾਸ਼ ਦੀ ਬਜਾਏ ਫੁੱਲ ਨਿਕਲੇ। ਮੁਸਲਮਾਨਾਂ ਨੇ ਉੱਥੇ ਮਜ਼ਾਰ ਬਣਾਤਾ, ਹਿੰਦੂਆਂ ਨੇ ਸੰਸਕਾਰ ਕਰਕੇ ਉੱਥੇ ਮੰਦਰ ਬਣਾਤਾ। ਬਾੜ ਆਈ, ਦੋਨੋਂ ਬਹਿ ਗਏ। ਅਗਰ ਉਦੋਂ ਨਿਸ਼ਾਨ ਨਹੀਂ ਰਿਹਾ, ਹੁਣ ਕਰਤਾਰਪੁਰ ਨਿਸ਼ਾਨ ਹੈ। ਦੁਨੀਆ ਜਾਂਦੀ, ਦੂਰੋਂ ਦੇਖਦੀ ਆਪਣੇ ਵੱਲੋਂ, ਪਰਦੇ ਵੀ ਸਾਈਡ ਤੋਂ। ਉਹਨਾਂ ਪੱਥਰਾਂ ਇੱਟਾਂ ਨੂੰ ਦੇਖ ਕੇ ਕੀ ਸਾਡਾ ਕਲਿਆਣ ਹੋ ਜਾਏਗਾ? ਪੱਥਰ ਇੱਥੇ ਤੇ ਇੱਥੇ ਵੀ ਗੁਰਦੁਆਰੇ ਹੈਗੇ ਆ, ਮੰਦਿਰ ਹੈਗੇ ਆ, ਮਸਜਿਦਾਂ ਵੀ ਹੈਗੀਆਂ। ਇਹਨਾਂ ਨੂੰ ਦੇਖ ਕੇ ਕਲਿਆਣ ਨਹੀਂ ਹੁੰਦਾ, ਕਿਆ ਉਸੇ ਨੂੰ ਦੇਖ ਕੇ ਕਲਿਆਣ ਹੋਏਗਾ? ਇਹ ਸ਼ਬਦ ਜੋ ਆਪ ਜੀ ਜਿਸ ਦੀ ਆਪਾਂ ਕਥਾ ਥੋੜ੍ਹੀ ਜਿਹੀ ਸਾਂਝੀ ਕਰਾਂਗੇ, ਅਕਾਲ ਪੁਰਖ ਕਿਰਪਾ ਕਰ। ਇਹ 14 ਪੋਹ 2021 ਬਿਕਰਮੀ ਬੂਰ ਸਿੰਘ ਦੇ ਘਰ। ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਬਾਣੀ ਦੀ ਇਹ ਆ, ਅਸੀਂ ਪਹਿਲੇ ਬਾਣੀਆਂ ਦੇਖਦੇ ਹਾਂ, ਸਾਨੂੰ ਇਹ ਨਹੀਂ ਪਤਾ ਚੱਲਦਾ ਵੇਦ ਕਿਹੜੇ ਰਿਸ਼ੀ ਨੇ ਕਦੋਂ ਲਿਖੇ ਸਨ। ਨਾ ਤੇ ਲਿਖਣ ਵਾਲੇ ਦਾ ਨਾਂ ਪਤਾ, ਨਾ ਤਿਥੀ ਪਤਾ, ਨਾ ਕਿਸ ਸੰਦਰਭ 'ਚ ਰਚਿਆ ਗਿਆ। ਇੱਥੇ ਮਹਾਰਾਜ ਜੀ ਉਹ ਤਿਥੀ ਵੀ ਦਿੰਦੇ ਹਨ, ਸੰਮਤ ਵੀ ਦਿੰਦੇ ਆ। ਜਿਸ ਗੁਰਸਿੱਖ ਦੇ ਘਰ ਇਹ ਬਾਣੀ ਦੀ ਰਚਨਾ ਹੋਈ, ਉਸ ਦਾ ਨਾਮ ਆ। ਫਿਰ ਜੋ ਰਚਨਾ 'ਚ ਸਤਿਗੁਰਾਂ ਵਰਣਨ ਕੀਤਾ, ਉਹ ਉਸ ਪਰਿਵਾਰ ਦੇ ਮਨ ਦੀ ਭਾਵਨਾ ਹੁੰਦੀ ਆ। ਇਹ ਹਰ ਸਾਧ ਸੰਤ ਨਹੀਂ ਕਰ ਸਕਦਾ। ਅਸੀਂ ਵੀ ਸ਼ਬਦ ਪੜ੍ਹਿਆ ਕਿ ਪਰਮੇਸ਼ਰ ਆਇਆ, ਉਹ ਤੁਹਾਡੀ ਆਤਮਾ ਨੂੰ ਭਰਨ ਲਈ ਆਇਆ। ਜਦ ਕਿ ਸ਼ਾਸਤਰ ਕਹਿੰਦੇ ਆ ਪਰਮਾਤਮਾ ਨਹੀਂ ਆਉਂਦਾ। ਹਾਂ, ਉਹ ਗੁਰ ਅਵਤਾਰ ਪੀਰ ਪੈਗੰਬਰਾਂ ਦੇ ਰੂਪ 'ਚ ਆਉਂਦਾ ਆ। ਪਰ ਹੁਣ 994 ਚੌਕੜੀ ਯੁੱਗ ਬਾਅਦ ਪਰਮੇਸ਼ਰ ਨੇ ਸਰਗੁਣ ਰੂਪ ਧਾਰਨ ਕੀਤਾ, ਸੰਸਾਰ ਨੂੰ ਦੱਸਣ ਲਈ ਕਿ ਮੈਂ ਸਰਗੁਣ ਰੂਪ ਕਿਸੇ ਕਾਰਨ ਕਰਕੇ ਧਾਰਨ ਕਰਦਾ ਹਾਂ, ਵਰਨਾ ਮੈਂ ਨਿਰਾਕਾਰ ਹਾਂ। ਮਹਾਰਾਜ ਸ਼ੇਰ ਸਿੰਘ ਅਕਾਲ ਪੁਰਖ ਬਣ ਕੇ ਆਏ, ਦੇਹ ਤਿਆਗੀ, ਨਿਰਗੁਣ ਧਾਰ ਬਣ ਗਏ। ਜੋ ਆਪਨੇ ਸ਼ਬਦ ਪੜ੍ਹਿਆ ਕਿ ਮੈਂ
ਤੁਹਾਡੇ ਕੋਲ ਤੁਹਾਡੀ ਆਤਮਾ 'ਚ ਪ੍ਰਵੇਸ਼ ਕਰਕੇ ਤੁਹਾਨੂੰ ਦਰਸ਼ਨ ਦੇਣ ਲਈ ਆ। ਸਰਗੁਣ ਆਤਮਾ 'ਚ ਪ੍ਰਵੇਸ਼ ਨਹੀਂ ਕਰਦਾ। ਫਿਰ ਅਸੀਂ ਇਹ ਕਹਿ ਦਈਏ ਕਿ ਇਹ ਸਥਾਨ ਪਵਿੱਤਰ ਹੋ ਗਿਆ, ਇੱਥੇ ਫਲਾਂ ਗੁਰੂ ਆਇਆ ਸੀ, ਫਲਾਂ ਅਵਤਾਰ ਆਇਆ ਸੀ। ਇਹ ਵੀ ਸੱਤ ਨਹੀਂ ਹੈ। ਕਿਹੜਾ ਅਸਥਾਨ ਜਿਸ ਦਾ ਵਰਣਨ ਹੈ ਬਾਣੀਆਂ ਦੇ ਅੰਦਰ, ਉਹ ਇਹ ਧਰਤੀ ਨਹੀਂ, ਉਹ ਆਤਮ ਘਰ ਹੈ, ਉਹ ਆਤਮ ਧਰਤੀ ਹੈ, ਜਿੱਥੇ ਅਕਾਲ ਪੁਰਖ ਚਰਨ ਧਰ ਦੇਵੇ ਤੇ ਉਹ ਆਤਮਾ ਪਾਕ ਸਾਫ ਹੋ ਜਾਂਦੀ ਹੈ। ਵੈਸੇ ਬਹੁਤ ਸਾਰੇ ਤੀਰਥ ਤੱਟ ਹਨ ਜਿੱਥੇ ਦੁਨੀਆ ਜਾਂਦੀ ਹੈ। ਕਈ ਲੋਕੀ ਭੇਵੇ ਗਏ ਹੋਣਗੇ, ਉੱਥੇ ਕਹਿੰਦੇ ਸਰਸਤੀ ਜਿਹੜੀ ਹੈ ਉਹ ਨਿਕਲਦੀ ਹੈ, ਲੇਕਿਨ ਉਸ ਦੇ ਵਿੱਚ ਜਾ ਕੇ ਦੇਖੋ ਸਾਰੇ ਭੇਵੇ ਦਾ ਗੰਦ ਪੈਂਦਾ ਹੈ, ਉਹਦੇ ਡੱਡੂ ਮੱਛੀਆਂ ਰਹਿੰਦੀਆਂ। ਕੀ ਉਹਨਾਂ ਡੱਡੂ ਮੱਛੀਆਂ ਜਿਹੜੀਆਂ ਹਨ ਉਹਨਾਂ ਦਾ ਵੀ ਕਲਿਆਣ ਹੁੰਦਾ? ਕਬੀਰ ਸਾਹਿਬ ਕਹਿੰਦੇ ਮੇਂਢਕ ਨਿਤ ਗੰਗਾ 'ਚ ਨਹਾਉਂਦਾ, ਕਲਿਆਣ ਨਹੀਂ ਹੁੰਦਾ। ਫਿਰ ਕਿਹੜੀ ਵਸਤੂ ਆ ਜਿਸ ਨੂੰ ਅਸੀਂ ਅਗਰ ਸਪਰਸ਼ ਕਰ ਲਈਏ ਸਾਡਾ ਕਲਿਆਣ ਹੋ ਸਕਦਾ ਹੈ? ਮਹਾਰਾਜ ਜੀ ਸ਼ਬਦ ਦਾ ਉਚਾਰਨ ਕਰਦੇ ਹਨ। ਪੱਗ ਪੈਰ ਨੂੰ ਸੱਦਦੇ ਆ, ਪੱਗ ਤਨ ਮੁਖ ਸੀਸ ਸੁਹਾਵਾ। ਪੈਰ ਵੀ, ਤਨ ਵੀ ਸਮੁੱਚਾ, ਮੁਖ ਵੀ, ਸੀਸ ਸਾਰੇ ਪਵਿੱਤਰ ਹੋ ਜਾਂਦੇ ਆ। ਕੀ ਕਿਤੇ ਜਾ ਕੇ ਮੱਥਾ ਟੇਕਣ ਦਾ ਹੁੰਦੇ ਆ? ਨਹੀਂ ਹੁੰਦੇ। ਦੁਨੀ ਚੰਦ ਵੀ ਦਸਮ ਪਾਤਸ਼ਾਹ ਦਾ ਸਿੱਖ ਸੀ। ਜਦ ਉਸ ਨੂੰ ਕਿਹਾ ਕਿ ਕੱਲ ਨੂੰ ਤੇਰਾ ਹਾਥੀ ਨਾਲ ਮੁਕਾਬਲਾ ਹੋਵੇਗਾ, ਭੱਜ ਗਿਆ। ਉਹਦਾ ਤਨ ਵਜੂਦ ਆਦਿ ਪਵਿੱਤਰ ਨਹੀਂ ਹੋਇਆ। ਮਹਾਰਾਜ ਕਹਿੰਦੇ ਹਨ ਪੱਗ ਤਨ ਮੁਖ ਸੀਸ ਸੁਹਾਵਾ। ਕਿਹਦਾ? ਜਿਨ੍ਹਾਂ ਉੱਪਰ ਹਰ ਜੂ ਦਇਆ ਕਮਾਈ ਆ, ਜਿਹਦੇ ਉੱਤੇ ਅਕਾਲ ਪੁਰਖ ਕਿਰਪਾ ਕਰ ਦੇਵੇ ਉਹਦਾ ਤਨ ਵਜੂਦ ਪਵਿੱਤਰ ਹੁੰਦਾ ਆ। ਜੇ ਕੋ ਗੰਗਾ ਨਹਾਇਆ ਪਾਪ ਉਤਰ ਗਏ, ਨਹੀਂ ਉਤਰਨਗੇ। ਜਿਨ੍ਹਾਂ ਦੇ ਨਿਮਿਤ ਗੰਗਾ ਮਾਤਲੋਕ ਚ ਆਈ, ਉਸੇ ਨਾਲ ਉਹਨਾਂ ਦਾ ਹੀ ਕਲਿਆਣ ਹੋਇਆ। ਉਦੋਂ ਬਾਅਦ ਕਈ ਯੁੱਗ ਹੋ ਚੱਲੇ ਗੰਗਾ ਨੂੰ ਵਹਿੰਦਿਆਂ। ਜਿਨ੍ਹਾਂ ਦੀਆਂ ਅਸਥੀਆਂ ਉੱਥੇ ਪ੍ਰਵਾਹ ਕਰਦੇ ਹਨ, ਕਿਸੇ ਦਾ ਕਲਿਆਣ ਨਹੀਂ ਹੁੰਦਾ। ਅਸੀਂ ਵੀ ਪੰਡਤਾਂ ਦੀ ਦੇਖਾ ਦੇਖੀ ਕੀਰਤਪੁਰ ਸਥਾਨ ਬਣਾ ਲਿਆ। ਸਾਰੀ ਉਮਰ ਮਾਸ਼ਰਾਤ ਦਾ ਸੇਵਨ ਕਰਨਾ, ਕੁਕਰਮਾਂ 'ਚ ਖਸਿਤ ਰਹਿਣਾ, ਔਰ ਅੰਤ ਵਾਰੀ ਕਹਿ ਦੇਣਾ ਸਾਡੇ ਘਰ ਪਾਠ ਕਰ ਦਿਓ, पेड़ा पार हो जाएगा, गलत है। जितनी देर अकाल पुरख कृपा नहीं करता उतनी देर प्राणी का तन वजूद पवित्र नहीं हुंदा, उतनी देर वो सिख नहीं सज सकता। एक गल संसार नहीं जानता, दसम पातशाह जी पंजा प्यारियां नूं अमृत छकाया। अज भी गुरुद्वारियां दे विच सिख संस्था अमृत छकाउंदियां हैं। जिस वेले दसम पातशाह जी अमृत छकाउण लगे, कलयुग हाज़र हो गया।
ਸਤਿਗੁਰੂ ਮੇਰਾ ਹਜੇ ਸਮਾਂ ਆ, ਇਹ ਕੀ ਲੱਗੇ ਕਰਨ। ਕਲਯੁਗ ਨੇ ਦਸਮ ਪਾਤਸ਼ਾਹ ਤੋਂ ਖਿਮਾ ਮੰਗ ਲਈ ਕਿ ਜਿਨ੍ਹਾਂ ਨੂੰ ਤੁਸੀਂ ਆਪਣੇ ਹੱਥੀਂ ਛਕਾ ਦਿੱਤਾ, ਉੱਥੇ ਤੇ ਮੇਰਾ ਚਾਰਾ ਕੋਈ ਨਹੀਂ ਚੱਲਿਆ। ਪਰ ਜਿਨ੍ਹਾਂ ਨੂੰ ਤੁਸੀਂ ਛਕਾਓਗੇ, ਜਿਨ੍ਹਾਂ ਨੂੰ ਤੁਸੀਂ ਨਹੀਂ ਛਕਾਓਗੇ, ਦੂਸਰਿਆਂ ਕੋਲੋਂ ਛਕਣਗੇ, ਉਹ ਮੈਂ ਪੀ ਜਾਇਆ ਕਰਾਂ। ਸ਼ਾਇਦ ਉਦੋਂ ਅਸੀਂ ਉਸ ਨੂੰ ਮਹਿਸੂਸ ਨਾ ਕਰਦੇ ਹੋਈਏ, ਕਿਉਂਕਿ ਦਸਮ ਪਾਤਸ਼ਾਹ ਜੀ ਦੀ ਹਾਜ਼ਰੀ ਸੀ। ਅੱਜ ਮਹਿਸੂਸ ਇਤਨਾ ਜ਼ਿਆਦਾ ਹੁੰਦਾ ਆ, ਅੰਮ੍ਰਿਤ ਵੀ ਛਕਦੇ ਆ ਤੇ ਮਾਂ ਸ਼ਰਾਬ ਵੀ ਖਾਂਦੇ ਆ। ਕਈ ਤੇ ਮਾਂ ਸ਼ਰਾਬ ਖਾਣ ਵਾਲੇ ਵੀ ਅੰਮ੍ਰਿਤ ਛਕਾਉਂਦੇ ਆ। ਕਿਆ ਇਹੋ ਜਿਹਾ ਪ੍ਰਾਣੀ, ਉਹਨਾਂ ਦਾ ਪੱਗ ਪਾਉ, ਤਨ, ਉਹਨਾਂ ਦਾ ਵਜੂਦ, ਸੀਸ, ਮੁਖ, ਇਹ ਸਾਰੇ ਪਾਵਨ ਹੋ ਗਏ। ਛਕ ਅੰਮ੍ਰਿਤ ਲਿਆ। ਹਿੰਦੂਆਂ ਦੀ ਇੱਕ ਰੀਤ ਬਣ ਗਈ, ਹਰ ਕੋਈ ਮਰਦਾ ਤਾਂ ਮਰੇ ਦੇ ਮੂੰਹ ਦੇ ਵਿੱਚ ਗੰਗਾ ਜਲ ਪਾ ਦਿੰਦੇ ਆ। ਕਲਿਆਣ ਤੇ ਕਿਸੇ ਦਾ ਨਹੀਂ ਹੁੰਦਾ। ਕਲਿਆਣ ਕੇਵਲ ਉਸ ਦਾ ਹੁੰਦਾ ਜਿਸ ਦੇ ਉੱਤੇ ਸਤਿਗੁਰ ਕਿਰਪਾ ਕਰੇ। ਕੀ ਅਸੀਂ ਸਤਿਗੁਰ ਦੀ ਪ੍ਰਾਪਤੀ ਕੀਤੀ ਆ? ਦਸਮ ਪਾਤਸ਼ਾਹ ਦੀ ਅਸੀਂ ਲਿਖਤਾਂ ਪੜ੍ਹੀਏ। ਦਸਮ ਪਾਤਸ਼ਾਹ ਕਿਆ ਕਿ ਨੇਕ ਲੰਕ ਆਏਗਾ। ਉਹ ਸ਼ਬਦ ਦਾ ਸੂਰਬੀਰ ਹੋਵੇਗਾ, ਧਨੀ ਹੋਵੇਗਾ। ਅਸੀਂ ਜਣੇ ਖਣੇ ਨੂੰ ਮੱਥਾ ਟੇਕਦੇ ਆ ਕਿ ਉਹ ਸ਼ਬਦ ਦੇ ਧਨੀ ਆ, ਗੁਰਦੇਵ ਹਨ। ਮਹਾਰਾਜ ਕਹਿੰਦੇ ਹਨ, ਜਿਤਨੀ ਦੇਰ ਸਤਿਗੁਰ ਸ਼ਬਦ ਨਹੀਂ ਮਿਲੇਗਾ, ਉਸ ਦੇ ਚਰਨ ਸ਼ਰਨਾਈ ਨਹੀਂ ਜਾਵਾਂਗੇ। ਹੇ ਗੁਰਮੁਖ ਜਨੋ, ਅਸੀਂ ਜੋ ਇਹ ਰੀਤ ਤੋੜ ਲਈ ਕਿ ਪੱਥਰਾਂ ਇੱਟਾਂ ਨੂੰ ਦੂਰੋਂ ਮੱਥੇ ਟੇਕ ਲਏ, ਇਹ ਗੁਰਦੁਆਰਾ ਆ, ਇਹ ਮੰਦਰ ਆ, ਇਹ ਚਰਚ ਆ, ਫਲਾਣਾ, ਉਹਨਾਂ ਪਵਿੱਤਰ ਹੋ ਜਾਵਾਂਗੇ। ਮੈਂ ਤੁਹਾਨੂੰ ਇੱਕ ਕਿਤਾਬ ਦਾ ਨਾਮ ਦੱਸਦਾ ਹਾਂ। ਚੌਸਰ ਨੇ ਕਿਤਾਬ ਲਿਖੀ ਸੀ। ਉਹਨੇ ਚਰਚਾਂ ਦੇ ਵਿੱਚ ਜਿਹੜੇ ਕੰਮ ਕਰਦੇ ਆ, ਉਹਨਾਂ ਦਾ ਮਜ਼ਾਕ ਉਡਾਇਆ ਕਿ ਉਹ ਕਰਦੇ ਕੀ ਆ, ਮਰੇ ਹੋਏ ਪਸ਼ੂਆਂ ਦੇ ਜਬੜੇ ਚੱਕ ਲਿਆਉਂਦੇ ਆ, ਨਲਾਉਂਦੇ ਆ, ਸੰਧੂਰ ਲਾਉਂਦੇ ਆ, ਫਿਰ ਲੋਕਾਂ ਨੂੰ ਕਹਿੰਦੇ ਇਹ ਹਜ਼ਰਤ ਈਸਾ ਦਾ ਜਬੜਾ ਆ, ਇਹਦੀ ਚੜ੍ਹਤ ਦਿਓ। ਉਹ ਲੋਕਾਂ ਨੂੰ ਲੁੱਟ ਰਹੇ 14ਵੀਂ ਸਦੀ ਦੇ ਅੰਦਰ। ਸਾਡੇ ਵੀ ਇਹੋ ਹੀ ਹਾਲ ਆ। ਕਿਹੜੀ ਧਰਤੀ ਹੈ ਜਿਹੜੀ ਪਵਿੱਤਰ ਹੋਈ ਆ? ਧਰਤੀ ਆਤਮਾ ਨੂੰ ਕਹਿੰਦੇ ਆ। ਜਿਸ ਆਤਮਾ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਜਾਵੇ, ਉਹ ਤਨ ਵਜੂਦ ਪਵਿੱਤਰ ਆ। ਕਿਆ ਚੌਥੀ ਪਾਤਸ਼ਾਹੀ ਦਾ ਪੁੱਤਰ ਗੁਰੂ ਅਰਜਨ ਦੇਵ ਸੀ, ਪਿਰਥੀਆ ਵੀ ਸੀ। ਕਿਆ ਤੁਸੀਂ ਪਿਰਥੀਏ ਦੀ ਅਰਦਾਸ ਕਰਦੇ ਰੋਜ਼? ਇੱਥੋਂ ਤੱਕ ਇਤਿਹਾਸ ਕਹਿੰਦਾ ਕੋਈ 60 ਸਾਲ ਦਾ ਹੋ ਗਿਆ ਪਿਰਥੀਆ, ਪਿਰਥੀਏ ਨੂੰ ਲਕਵਾ ਮਾਰ ਗਿਆ। ਗੁਰੂ ਅਰਜਨ ਦੇਵ ਆਪਣੇ ਵੱਡੇ ਭਰਾ ਨੂੰ ਦੇਖਣ ਗਏ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਤੁਹਾਡਾ ਭਰਾ ਆ। ਗੁਰੂ ਅਰਜਨ ਦੇਵ ਜੀ ਹੋਰਾਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ। ਪਿਰਥੀਏ ਦਾ ਲਕਵਾ ਠੀਕ ਹੋ ਗਿਆ, ਲੇਕਿਨ ਉਸਨੇ ਗੁਰੂ ਅਰਜਨ ਦੇਵ ਜੀ ਦੇ ਨੂਰਾਨੀ ਚਿਹਰੇ ਦਾ ਦਰਸ਼ਨ ਤੱਕ ਨਹੀਂ ਕੀਤਾ। ਉਸਨੇ ਹੈ ਉਹ ਵੀ ਗੁਰੂ ਦਾ ਪੁੱਤਰ, ਉਹ ਵੀ ਗੁਰੂ ਦਾ ਪੁੱਤਰ। ਇਸੇ ਤਰ੍ਹਾਂ ਸਥਾਨ ਹਨ
ਅਸੀਂ ਵੜ ਲੈਂਦੇ ਹਾਂ ਜ਼ੋਰਾਜ਼ੋਰੀ। ਕਿਆ ਉਹਨਾਂ ਸਥਾਨਾਂ ਨੂੰ ਮਾਣ ਮਿਲਿਆ? ਨਹੀਂ ਗੁਰਮੁਖੋ, ਜਿਸ ਤਨ ਵਜੂਦ ਨੂੰ ਸਤਿਗੁਰ ਕਿਰਪਾ ਕਰ ਦੇਵੇ ਉਹ ਤਨ ਵਜੂਦ ਪਵਿੱਤਰ ਹੈ। ਇਹ ਜਗ੍ਹਾ ਜਿਹੜੀਆਂ ਪਵਿੱਤਰ ਨਹੀਂ ਹਨ, ਕਿਉਂਕਿ ਜਗ੍ਹਾ ਜਿਹੜੀਆਂ ਇਹ ਕਾਵਾਂ ਨੂੰ ਹੰਸ ਨਹੀਂ ਬਣਾ ਸਕਦੀਆਂ। ਮਹਾਰਾਜ ਕਹਿੰਦੇ ਆ, ਜਿਨ੍ਹਾਂ ਤੇ ਅਕਾਲ ਪੁਰਖ ਕਿਰਪਾ ਕਰਦਾ ਆ, ਉਹਨਾਂ ਹੰਸ ਬਣਾਏ ਵਿੱਚੋਂ ਕਾਵਾਂ। ਅਸੀਂ ਇੱਕ ਆਮ ਕਥਾ ਸਰਵਣ ਕਰਦੇ ਹਾਂ। ਕਊਆ ਗੰਦ ਖਾਂਦਾ ਹੈ। ਅਗਰ ਹੰਸ ਦੇ ਸਾਹਮਣੇ ਕੱਚੀ ਲੱਸੀ ਰੱਖ ਦਿਓ, ਉਹ ਚੁੰਝ ਲਾਂਦਾ, ਦੁੱਧ ਵੱਖ ਹੋ ਜਾਂਦਾ, ਪਾਣੀ ਵੱਖ ਹੋ ਜਾਂਦਾ। ਸਤਿਗੁਰ ਜੇ ਤੇ ਕਿਰਪਾ ਕਰ ਦੇਵੇ, ਉਸ ਆਦਮੀ ਦੀ ਆਤਮਾ ਪਵਿੱਤਰ ਹੋ ਜਾਂਦੀ ਆ। ਜੇ ਤੇ ਕਿਰਪਾ ਨਹੀਂ ਕੀਤੀ, ਉਹ ਕਾਂ ਦਾ ਕਾਂ ਰਹਿ ਜਾਂਦਾ। ਫਿਰ ਜਿੱਥੇ ਮਹਾਰਾਜ ਇਹ ਕਿਹਾ, ਪੱਗ ਤਨ ਮੁਖ ਸੀ ਸੁਹਾਵਾ ਕਿਹਨਾਂ ਦਾ? ਜਿਨ੍ਹਾਂ ਦੇ ਉੱਤੇ ਸਤਿਗੁਰੂ ਸ਼ਬਦ ਕਿਰਪਾ ਕਰਦਾ ਹੈ। ਇਹ ਨਹੀਂ ਕਿਸੇ ਸਾਧ ਸੰਤ ਨੂੰ ਮੱਥਾ ਟੇਕ ਲਿਆ, ਉਹਨੇ ਪਿਆਰ ਦੇ ਦਿੱਤਾ, ਕਹਿ ਦਿਓ ਹੰਸ ਬਣ ਜਾਏਗਾ। ਹੰਸ ਨਹੀਂ ਬਣਦੇ, ਕਾਂ ਕਈਆ ਕਊਆ ਰਹਿੰਦਾ। ਹਾਂ, ਇੱਕ ਮਿਸਾਲ ਜ਼ਰੂਰ ਆ ਸਿੱਖ ਇਤਿਹਾਸ ਦੇ ਅੰਦਰ। ਜਿੱਥੇ ਹੁਣ ਹਰਿਮੰਦਰ ਸਾਹਿਬ ਆ, ਉੱਥੇ ਇੱਕ ਛਪੜੀ ਹੁੰਦੀ ਸੀ ਕਦੀ। ਉਸ ਛਪੜੀ ਦੇ ਵਿੱਚ ਇੱਕ ਕਊਏ ਨੇ ਆਣ ਕੇ ਇਸ਼ਨਾਨ ਕਰ ਲਿਆ, ਉਹ ਸਫੇਦ ਹੋ ਗਿਆ, ਕਿਉਂਕਿ ਉਹ ਸਥਾਨ ਉਜਾਗਰ ਕਰਨਾ ਸੀ। ਕਿਆ ਹੁਣ ਉੱਥੇ ਮੱਛੀਆਂ ਡੱਡੀਆਂ ਸਰੋਵਰ ਦੇ ਅੰਦਰ ਇੰਨੀਆਂ ਹਨ ਕਿ ਉਹ ਸਾਰੇ ਦੇ ਸਾਰੇ ਜਿਹੜੇ ਗੁਰਮੁਖ ਬਣ ਗਏ? ਕਿਉਂਕਿ ਉਹਦੀ ਕਾਇਆ ਕਲਪ ਕਰਨੀ ਸੀ, ਉਹਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਜਾਣਾ ਸੀ। ਇਸ ਲਈ ਉਹਨਾਂ ਨੂੰ ਗੁਰੂ ਸਾਹਿਬਾਨਾਂ ਦੀ ਸ਼ਰਨ ਮਿਲੀ ਔਰ ਉਹ ਕਾਂ ਤੋਂ ਹੰਸ ਹੋ ਗਿਆ। ਪਰ ਅਸੀਂ ਕਹੀਏ, ਅਸੀਂ ਗੁਰਦੁਆਰਿਆਂ 'ਚ ਜਾਂਦੇ ਹਾਂ, ਅਸੀਂ ਸੁੱਖਣਾ ਸੁੱਖਦੇ ਹਾਂ, ਸਵਾਰਥ ਲਈ ਸੁੱਖਦੇ ਹਾਂ, ਕਦੀ ਗੁਰਮੁਖ ਬਣਨ ਲਈ ਨਹੀਂ ਸੁੱਖਣਾ ਸੁੱਖੀ। ਇਸ ਲਈ ਮਹਾਰਾਜ ਕਹਿੰਦੇ ਆ ਕਿ ਜਿਹੜੇ ਕਊਏ, ਜਿਹੜੇ ਬੇਮੁਖ ਅਪਰਾਧੀ, ਬਹੁਤਿਆਂ ਦੀਆਂ ਸਾਡੇ ਸਿੱਖ ਧਰਮ ਦੇ ਵਿੱਚ ਮਿਸਾਲਾਂ ਹਨ। ਸਤਿਗੁਰ ਦੀ ਸ਼ਰਨ ਚਲੇ ਜਾਂਦੇ ਹਨ, ਉਹਨਾਂ ਦੀ ਕਾਇਆ ਕਲਪ ਹੋ ਜਾਂਦੀ। ਜਿਵੇਂ ਬਿਧੀ ਚੰਦ ਦੀ ਮਿਸਾਲ ਦਿੰਦੇ ਆ, ਪੱਠ 'ਚ ਬੈਠਾ ਆ, ਅਰਾਧਾ ਸਤਿਗੁਰਾਂ ਨੂੰ ਆ, ਤੇ ਸਤਿਗੁਰ ਕਹਿੰਦੇ ਸਾਡੇ ਚਰਨਾਂ ਦੇ ਉੱਤੇ ਪਾਣੀ ਦੀਆਂ ਗਾਗਰਾਂ ਪਾਈ ਜਾਓ। ਜਦੋਂ ਬਿਧੀ ਚੰਦ ਜਾਂਦਾ, ਦੇਖਿਆ ਚਰਨਾਂ ਦੇ ਉੱਤੇ ਸਤਿਗੁਰਾਂ ਦੇ ਆਵਲੇ ਪਏ, ਛਾਲੇ ਪਏ ਹੋਏ। ਉਹ ਸਤਿਗੁਰੂ ਆ। ਜਣਾ ਖਾਣਾ ਅਸੀਂ ਸਾਧ ਸੰਤ ਨੂੰ ਸਤਿਗੁਰੂ ਮੰਨ ਕੇ ਮੱਥੇ ਟੇਕਦੇ, ਅਸੀਂ ਗਲਤ ਕਰਦੇ ਹਾਂ। ਮਹਾਰਾਜ ਕਹਿੰਦੇ ਹਨ, ਸਤਿਗੁਰ ਦੀ ਸ਼ਰਨ ਗਿਆ, ਕਾਂ ਵੀ ਜਿਹੜੇ ਗੁਰਮੁਖ ਦੀ ਬੁੱਧੀ ਵਾਲੇ ਬਣ ਜਾਂਦੇ ਆ, ਬੇਮੁਖ ਵੀ। ਫਿਰ ਸਤਿਗੁਰੂ ਦੀ ਇੱਕ ਹੋਰ ਵਸਤੂ, ਉਹਦਾ ਇੱਕ ਹੋਰ ਗੁਣ, ਉਹ ਗੋਦ ਉਠਾਵੇ ਜੋ ਪੁੱਤਰਾਂ ਮਾਵਾਂ। ਉਹ ਆਪਣੇ ਸਿੱਖਾਂ ਨਾਲ ਇਤਨਾ ਪਿਆਰ ਕਰਦਾ, ਬੱਚਾ ਭਾਵੇਂ ਗੰਦਗੀ 'ਚ ਹੋਵੇ, ਮਾਂ ਉਹਨੂੰ ਚੱਕ ਕੇ ਸਾਫ਼ ਕਰਕੇ ਚੁੰਮਦੀ ਚੱਟਦੀ ਆ। ਪ੍ਰਾਣੀ ਕਿੱਡਾ ਵੀ ਅਪਰਾਧੀ ਹੋਵੇ, ਸਤਿਗੁਰ ਦੀ ਸ਼ਰਨ ਚਲਿਆ ਜਾਵੇ, ਹੇ ਗੁਰਮੁਖ ਜਨੋ, ਉਹ ਉਹਨੂੰ ਆਪਣੇ ਸੀਨੇ ਨਾਲ ਲਾ ਦਿੰਦਾ ਹੈ। ਗੋਦ ਉਠਾਵੇ ਜੋ ਪੁੱਤਰਾਂ ਮਾਵਾਂ। ਪਰ ਵੇਖਿਓ, ਆਪਾਂ ਇਤਨੇ ਵੀ ਅਪਰਾਧੀ ਨਾ ਬਣ ਜਾਈਏ
ਸਤਿਗੁਰ ਦੀ ਬਾਣੀ ਵੀ ਪੜ੍ਹੀਏ, ਅਸੀਂ ਉਸ ਨੂੰ ਤਰੋੜ ਮਰੋੜ ਵੀ ਦਈਏ। ਜਿਵੇਂ ਰਾਮ ਰਾਏ ਨੇ ਕੀਤਾ, ਉਹਦਾ ਅੰਤਰ ਆਤਮਾ ਸਤਿਗੁਰਾਂ ਨੂੰ ਬਾਦਸ਼ਾਹ ਦੇ ਚੁਲਾਣਾ ਸੀਗਾ। ਬਾਦਸ਼ਾਹ ਸਦਾ ਨਾ ਦੇ ਦੇਵੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ। ਜਿਹੜੇ ਕਬਰਸਤਾਨ ਹਨ ਅੱਗੇ ਕੁਮਿਆਰ ਕਬਰਸਤਾਨਾਂ ਦੀ ਮਿੱਟੀ ਲਿਆਉਂਦੇ ਸਨ, ਸਿਵਿਆਂ ਦੀ ਨਹੀਂ ਲਿਆਉਂਦੇ ਸਨ। ਜਿਸ ਮਿੱਟੀ ਦੇ ਅੰਦਰ ਹੱਡੀਆਂ ਮਿੱਝ ਆਦਿ ਪੈ ਜਾਏ ਉਹ ਚਿਕਨੀ ਹੋ ਜਾਂਦੀ ਸੀ। ਇਸ ਲਈ ਗੁਰਬਾਣੀ 'ਚ ਆ ਗਿਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ। ਭਾਂਡੇ ਕਰਦਾ ਆ, ਇੱਟਾਂ ਕਰਦਾ ਆ, ਅੱਗ 'ਚ ਡਾਉਂਦਾ ਹੈ। ਉਹਨੇ ਬੇਈਮਾਨ ਦੀ ਕਹਿਤੀ, ਹੇ ਗੁਰਮੁਖ ਜਨੋ, ਜਾਣ ਬੁੱਝ ਕੇ ਬਾਣੀ ਦਾ ਅਨਰਥ ਨਾ ਕਰਨਾ, ਨਹੀਂ ਤੇ ਸ਼੍ਰੀ ਗੁਰੂ ਹਰ ਰਾਏ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ 10ਵੇਂ ਪਾਤਸ਼ਾਹ, 4 ਗੁਰੂ ਸਾਹਿਬਾਨ ਜਿਹਨਾਂ ਬਾਣੀ ਬਦਲੀ, ਉਹਨਾਂ ਦੇ ਮੱਥੇ ਨਹੀਂ ਲੱਗੇ। ਅਸੀਂ ਆਪਣੇ ਸਵਾਰਥ ਲਈ ਬਾਣੀ ਬਦਲਦੇ ਹਾਂ, ਜੋ ਨਹੀਂ ਕਰਨਾ ਚਾਹੀਦਾ। ਔਰ ਮਹਾਰਾਜ ਕਹਿੰਦੇ ਆ, ਕਿੱਡਾ ਵੱਡਾ ਪਾਪੀ ਕਿਉਂ ਨਾ ਹੋਵੇ, ਸ਼ਰਨ ਆ ਜਾਏ, ਤੋਬਾ ਕਰ ਲੈ, ਉਸ ਦਾ ਕਲਿਆਣ ਤੇ ਹੋ ਸਕਦਾ। ਜੇ ਕੋਈ ਕਹੇ ਮੈਂ ਆਪਣੀ ਮਨਮਤ ਕਰਕੇ ਆਇਆ, ਤੇ ਉਹਦਾ ਕਲਿਆਣ ਨਹੀਂ ਹੁੰਦਾ, ਉਹ ਪਾਵਨ ਨਹੀਂ ਹੁੰਦਾ। ਅਸੀਂ ਧਰਮ ਸਭਾ ਤੇ ਜਾਂਦੇ ਹਾਂ, ਆਪਣੇ ਸਵਾਰਥ ਲਈ ਜਾਂਦੇ ਹਾਂ। ਕਦੀ ਆਤਮਾ ਦਾ ਸਵਾਰਥ ਨਹੀਂ ਸੋਚਿਆ ਕਿ ਆਤਮਾ ਜਿਹੜੀ ਆ, ਇਸ ਨੂੰ ਸਤਿਗੁਰ ਪਾਵਨ ਕਰ ਦੇਣ ਔਰ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂ। ਸਾਡੇ ਆਪਣੇ ਕੰਮ ਕਾਜ ਹੁੰਦੇ ਆ ਜਿਨ੍ਹਾਂ ਲਈ ਸੁੱਖ ਨਾਲ ਸੁੱਖਦੇ ਆ। ਇਸ ਲਈ ਮਹਾਰਾਜ ਕਹਿੰਦੇ ਆ, ਪੱਗ, ਪੈਰ, ਤਨ, ਵਜੂਦ, ਸੀਸ, ਮੁਖ ਉਹਨਾਂ ਦਾ ਪਵਿੱਤਰ ਹੈ ਜਿਨ੍ਹਾਂ ਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਰਾਗੀ ਜਨ ਵੀ ਕਈ ਕੀਰਤਨ ਕਰਦੇ ਆ, ਪਰ ਉਹ ਕੁਕਰਮ ਵੀ ਕਰਦੇ ਆ। ਕੀ ਉਹ ਪਵਿੱਤਰ ਹੋ ਗਏ? ਮਹਾਰਾਜ ਕਹਿੰਦੇ ਹਨ, ਦਰਗਾਹ ਸਾਚੀ ਸਾਚਾ ਲਾ ਕੇ ਨਾਮ, ਕੋਈ ਜਗਤ ਦਾ ਪ੍ਰਾਣੀ ਇਹ ਨਹੀਂ ਕਹਿ ਸਕਦਾ ਤੂੰ ਸੱਚਖੰਡ ਚਲਿਆ ਜਾ। ਤੇ ਨਾ ਗੁਰੂਆਂ ਪੀਰਾਂ ਨੇ ਠੇਕੇ ਲੈ ਕੇ ਲੱਖਾਂ ਨੂੰ ਸੱਚਖੰਡ ਲੈ ਜਾਣ। ਗਿਣਤੀਆਂ ਮਿਣਤੀਆਂ ਦੇ ਹਨ ਜੋ ਹਰਬਾਣੀ 'ਚ ਗਿਣਤੀ ਆਉਂਦੀ ਆ। ਸਤਿਗੁਰੂ ਨਾਨਕ ਨੇ ਮਿਡਲ ਈਸਟ ਦਾ, ਅਫਗਾਨਿਸਤਾਨ ਦਾ ਦੌਰਾ ਕੀਤਾ। ਇੱਕ ਦਿਨ ਕਥਾਕਾਰ ਕਹਿਣ ਲੱਗਾ, ਉਹਨਾਂ ਕਰੋੜਾਂ ਦੀ ਸੰਖਿਆ 'ਚ ਸਿੱਖੀ ਸਾਜੀ ਅਫਗਾਨਿਸਤਾਨ, ਈਰਾਨ ਦੀ ਸਾਈਡ ਦੇ ਉੱਤੇ ਕਰੋੜਾਂ ਰੱਖਿਆ। PTC ਚੈਨਲ ਤੇ ਆਇਆ ਸੀ, ਪਰ ਸਿੱਖ ਕਿੰਨੇ ਕੁ ਬਣੇ? ਫਰੰਟੀਅਰ 'ਚੋਂ ਸਿੱਖ ਬਣਿਆ ਇੱਕ ਭਾਈ ਜੋਗਾ ਸਿੰਘ, ਜਾਂ ਹੋਰ ਗਿਣਤੀ ਦੇ 5-10 ਆ। ਮਹਾਰਾਜ ਦੀ ਬਾਣੀ ਹੈ ਕਿ 14 ਸਿੱਖ ਗੁਰੂ ਨਾਨਕ ਦੇਵ ਜੀ ਨੇ ਬਣਾਏ। 10ਵੇਂ ਪਾਤਸ਼ਾਹ ਜੀ ਨੇ 91 ਸਿੱਖ ਬਣਾਏ। ਜਿਸ ਦਿਨ ਸਿੱਖੀ ਸਾਜੀ ਉਹ ਦਿਨ ਅਨੰਦਪੁਰ 90-98 ਦੇ ਏੜ ਗੇੜ ਸੰਗਤ ਜੁੜੀ ਹੋਈ ਸੀ। ਬਹੁਤੇ ਮੇਰੇ ਵਰਗੇ ਕੜਾਹ ਖਾਣੇ ਜਾਂ ਸੀਸ ਮੰਗਿਆ ਤੇ ਉੱਠ ਕੇ ਪਿੱਛੇ ਨੂੰ ਭੱਜ ਗਏ। ਸਿੱਖ ਉਹ ਵੀ ਸੀਗੇ। ਨਿਤਰੇ ਦਇਆ ਸਿੰਘ ਨਿਤਰਿਆ। ਮਹਾਰਾਜ ਪੁੱਛਣ ਲੱਗੇ, ਦਇਆ ਸਿੰਘ ਇਤਨੀ ਦੇਰ ਕਿਉਂ ਲਾਈ? ਪਹਿਲੀ ਆਵਾਜ਼ ਤੇ ਹੁੰਗਾਰਾ ਕਿਉਂ ਨਹੀਂ ਭਰਿਆ? ਕਹਿਣ ਲੱਗਾ, ਮਹਾਰਾਜ ਮੈਂ ਆਪਣੇ ਆਪ ਨੂੰ ਕੋਸਦਾ ਸੀ, ਇਹ ਜਿਹੜਾ ਸ਼ੁਭ ਅਵਸਰ ਮਿਲਿਆ ਅੱਜ, ਇਹ ਮੈਨੂੰ ਪਹਿਲਾਂ ਕਿਉਂ ਨਾ ਮਿਲਿਆ? ਉਹ ਉਤਾਵਲਾ ਸੀ ਸ਼ਹੀਦੀ ਦੇਣ ਲਈ।
ਪਰ ਅੱਜ ਅਸੀਂ ਦੇਖਦੇ ਹਾਂ ਧਰਮ ਸਥਾਨਾਂ ਤੇ ਜਾਂਦੇ ਹਾਂ, ਜੋ ਜੰਝੂ ਦੀ ਹਾਲਤ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਆਖੀ, ਫਿਰ ਵੀ ਜੰਝੂ ਪਾਉਂਦੇ ਲੋਕੀ। ਅਸੀਂ ਵੀ ਬਾਣਾ ਪਾਉਂਦੇ ਹਾਂ। ਬਾਣਾ ਪਾ ਕੇ ਕੀ ਅਸੀਂ ਗਰੀਬਾਂ ਦੀ ਰੱਖਿਆ ਕਰਦੇ ਹਾਂ। ਜਦੋਂ ਅਸੀਂ ਪੰਛੀ ਵੱਢ ਕੇ ਖਾਂਦੇ, ਗਰੀਬਾਂ ਦੀ ਰੱਖਿਆ ਕਰਦੇ ਹਾਂ। ਹੇ ਗੁਰਮੁਖ ਜਨੋ, ਜਿੰਨੀ ਦੇਰ ਸਤਿਗੁਰ ਨਹੀਂ ਮਿਲਦਾ ਤੇ ਸਤਿਗੁਰ ਇਹ ਨਹੀਂ ਕਹਿੰਦਾ ਕਿ ਮੈਂ ਤੈਨੂੰ ਸੱਚਖੰਡ ਲੈ ਜਾਵਾਂਗਾ, ਉਤਨੀ ਦੇਰ ਇਹ ਸੁਪਨੇ ਦੇਖਣੇ ਛੱਡ ਦਿਓ। ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ। ਉਸ ਦੇ ਅੰਦਰ ਇੱਕ ਪਾਠ ਆਉਂਦਾ, ਪੰਜ ਪ੍ਰਵਾਨ, ਪੰਜ ਪ੍ਰਧਾਨ। ਅਗਲੀ ਪੰਕਤੀ ਕਿ ਸਿਖਾ ਜਾਂਦੇ ਹਾਂ। ਅਸੀਂ ਕਹਿੰਦੇ, ਅਸੀਂ ਜਿਹੜੇ ਮੁਖੀਏ ਲੋਕ, ਉਹਨਾਂ ਦੀ ਇਹ ਬਾਣੀ ਉਚਾਰੀ ਗਈ, ਪੰਜ ਪ੍ਰਵਾਨ, ਪੰਜ ਪ੍ਰਧਾਨ। ਤੇ ਕੀ ਇਹ ਜਿਹੜੇ ਪਿੰਡਾਂ ਦੇ ਮੁਖੀਏ ਫੈਸਲੇ ਦਿੰਦੇ ਆ, ਉਹ ਦਰਗਾਹ 'ਚ ਪ੍ਰਵਾਨ ਹੋ ਜਾਣਗੇ? ਅਸੀਂ ਆਪਣੀ ਮਨਮਤ ਘੋਟਦੇ ਹਾਂ, ਉਹੀ ਪੰਜ ਪ੍ਰਵਾਨ ਹੋਣੇ ਆ ਜਿਨ੍ਹਾਂ ਨੂੰ ਅਕਾਲ ਪੁਰਖ ਪ੍ਰਵਾਨ ਕਰੇਗਾ। ਪਿੰਡਾਂ ਦੇ ਵਿੱਚ ਪੰਚਾਇਤਾਂ ਆ, ਪਕਸ਼ਪਾਤ ਕਰਦੀਆਂ ਕਿ ਉਹ ਸਤਿਗੁਰ ਦੇ ਘਰ ਪ੍ਰਵਾਨ ਹੋ ਜਾਣਗੇ। ਤੇ ਮਹਾਰਾਜ ਕਹਿੰਦੇ ਆ ਫਿਰ ਉਹ ਪ੍ਰਵਾਨ ਜਿਹੜੇ ਹੋਣਗੇ, ਜਿੰਨਾ ਚਿਕਰ ਸਤਿਗੁਰੂ, ਸੱਚਾ ਸਤਿਗੁਰੂ ਉਹਨਾਂ ਦੀ ਪ੍ਰਵਾਨਗੀ ਨਹੀਂ ਦੇਵੇਗਾ, ਉਹ ਦਰਗਾਹ ਨਹੀਂ ਜਾ ਸਕਣਗੇ। ਜਨਮ ਕਰਮ ਦਾ ਰਹੇ ਕੋਈ ਨਾ ਹਾਵ। ਅਸੀਂ ਜਨਮਾਂ ਕਰਕੇ ਬਹੁਤ ਕੋ ਕਰਮ ਕਰ ਲਏ, ਅਸੀਂ ਕਰਮ ਵੀ ਕੀਤੇ ਇਹੋ ਜਿਹੇ ਮਾੜੇ। ਅਗਰ ਸਤਿਗੁਰ ਕਿਰਪਾ ਕਰ ਦੇਵੇ, ਸੱਚਾ ਸਤਿਗੁਰੂ ਕਿਰਪਾ ਕਰ ਦੇਵੇ, ਫਿਰ ਇਹ ਜਿਹੜਾ ਦੁੱਖ ਲੱਗਾ ਹੈ ਸਾਨੂੰ ਕਿ ਮਰਨ ਉਪਰੰਤ ਸਾਡਾ ਕੀ ਹੋਵੇਗਾ, ਉਹ ਹਵਾ ਮਿਟ ਜਾਵੇ। ਪਰ ਅਸੀਂ ਕਹਿੰਦੇ ਕਿ ਅਸੀਂ ਫਲਾਣੇ ਸੰਤ ਨੂੰ ਮੱਥਾ ਟੇਕ ਲਿਆ। ਮੈਂ ਨਾਂ ਨਹੀਂ ਲਵਾਂਗਾ, ਮੈਨੂੰ ਪਤਾ ਉਸ ਸੰਤ ਦਾ। ਦੀਵਾਨ ਸਜਿਆ ਹੋਇਆ ਸੀ, ਜਿਹੜਾ ਅਨਾਊਂਸਮੈਂਟ ਕਰਦਾ ਸੀ, ਉਸਨੇ ਕਿਹਾ ਕਿ ਹੁਣ ਫਲਾਣੇ ਸਿੱਖ ਆ ਜਾਣ ਜਿਹਨਾਂ ਸੇਵਾ ਕੀਤੀ, ਉਹਨਾਂ ਨੂੰ ਬਾਬਾ ਜੀ ਸਰੋਂ ਪਾ ਦੇਣਗੇ। ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਸੀ। ਸਰੋਂ ਪਾ ਲੈਣ ਵਾਲੇ, ਸੇਵਾ ਕਰਨ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਨਹੀਂ ਕੀਤੀ, ਉਸ ਬਾਬੇ ਨੂੰ ਮੱਥਾ ਟੇਕ ਦਿੱਤਾ। ਕੀ ਉਹ ਪ੍ਰਵਾਨ ਹੋ ਗਿਆ? ਕੀ ਬਾਬਾ ਸੱਚਖੰਡ ਦਾ ਠੇਕੇਦਾਰ ਆ? ਹੇ ਗੁਰਮੁਖ ਜਨੋ, ਠੇਕੇਦਾਰ ਸਤਿਗੁਰੂ ਦੀ ਬਾਣੀ ਆ, ਜੋ ਸਾਨੂੰ ਕਹਿੰਦੀ ਕਿ ਸਤਿਗੁਰ ਇਹ ਕਰ ਦੇਵੇਗਾ। ਜੇ ਅਸੀਂ ਬਾਣੀ ਪੜ੍ਹ ਕੇ ਉਸ ਸਤਿਗੁਰ ਦੇ ਨਾਲ ਮਿਲਣ ਦਾ ਅਵਸਰ ਖੋ ਦਿੱਤਾ, ਸਾਡਾ ਮਨੁੱਖਿਆ ਜਨਮ ਜਿਹੜਾ ਜ਼ਾਇਲ ਚਲਿਆ ਜਾਵੇਗਾ। ਜੋਤੀ ਨਾਲ ਜੋਤ ਮਿਲਾਉਣ ਦਾ ਕਰਕੇ ਦਾਵਾ, ਕੀ ਇਹ ਸਾਧ ਸੰਤ ਸਾਡੀ ਜੋਤੀ ਆਤਮਾ ਨੂੰ ਪਰਮਾਤਮਾ ਦੀ ਜੋਤ ਦੇ ਨਾਲ ਮਿਲਾਉਣ ਦਾ ਦਾਵਾ ਕਰ ਸਕਦੇ ਆ? ਦਾਅਵੇ ਨਾਲ ਕਹਿ ਸਕਦੇ ਕਿ ਤੁਸੀਂ ਸੱਚਖੰਡ ਜਾਓਗੇ? ਸ਼ਾਇਦ ਉਹਨਾਂ ਨੂੰ ਆਪਣਾ ਵੀ ਨਹੀਂ ਪਤਾ ਕਿ ਉਹਨਾਂ ਦਾ ਕੀ ਹਸ਼ਰ ਹੋਵੇਗਾ। ਮਹਾਰਾਜ ਜੀ ਸਤਿਗੁਰ ਪੂਰਨ ਸਿੰਘ ਇੱਕ ਚੇਤ ਤੋਂ ਲੈ ਕੇ 10 ਚੇਤ, 2010 ਬਿਕਰਮੀ ਦਾ
4 ਰਾਜ ਘਰਾਣਿਆਂ 'ਚ 6 ਸਾਧਾਂ ਸੰਤਾਂ ਦੇ ਘਰੀਂ ਟੂਰ ਕੀਤਾ ਸੀ ਔਰ ਸਾਧ ਸੰਤ ਆਪਣੇ ਡੇਰਿਆਂ ਤੋਂ ਭੱਜ ਜਾਂਦੇ ਸਨ ਔਰ ਆਪਣੇ ਸੇਵਕਾਂ ਨੂੰ ਕਹਿ ਜਾਂਦੇ ਸੀ ਕਿ ਉਹਨੂੰ ਤੇ ਸੱਚੀ ਬਾਣੀ ਆਉਂਦੀ ਨਹੀਂ, ਉਹ ਆਪਣੀ ਕਵਿਤਾ ਲਿਖਦਾ ਹੈ। ਇਹ ਵੀ ਮਹਾਰਾਜ ਦੀ ਰਚੀ ਹੋਈ ਰਚਨਾ ਹੈ। ਬਾਣੀ ਤੇ ਗਾਵੋ ਸ਼ਬਦ ਕੇਰੀ, ਬਾਣੀਆਂ ਸਰਬਾਣੀ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੋਹਰ ਲੱਗੀ ਹੋਈ ਆ। ਜਿਸ ਪ੍ਰਾਣੀ ਦੇ ਅੰਦਰ ਸ਼ਬਦ ਦੀ ਧਾਰ ਆਵੇ ਉਹ ਬਾਣੀ ਪ੍ਰਮਾਣਿਤ ਆ, ਉਸ ਨੂੰ ਗਾਓ। ਗਾਈਆਂ ਜਾਂਦੀਆਂ ਕਵਿਤਾਵਾਂ ਪੜ੍ਹੀਆਂ ਜਾਂਦੀਆਂ। ਮਹਾਰਾਜ ਕਹਿੰਦੇ ਆ ਜੋਤੀ ਨਾਲ ਜੋਤ ਮਿਲਾਉਣ ਦਾ ਕਰਕੇ ਦਾਵਾ। ਸਤਿਗੁਰੂ ਆਉਂਦਾ ਆ, ਉਹ ਜੀਵ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਦਾਵਾ ਕਰਦਾ ਆ ਕਿ ਤੇਰਾ ਕਲਿਆਣ ਹੋ ਜਾਏਗਾ। ਪਰ ਕਲਿਆਣ ਤੇ ਉਹਦਾ ਹੋਵੇਗਾ ਜਿਹੜਾ ਪਰਮਾਤਮਾ ਨਾਲ ਮਿਲਿਆ ਹੋਇਆ। ਤੇ ਜਿਹੜੇ ਆਪ ਉਸ ਮਾਰਗ ਤੇ ਹਜੇ ਘੁੰਮਦੇ ਫਿਰਦੇ ਆ, ਉਹਨਾਂ ਨੂੰ ਨਹੀਂ ਪਤਾ ਸਾਡਾ ਕੀ ਹੋਵੇਗਾ। ਉਹ ਲੋਕਾਂ ਦਾ ਕਲਿਆਣ ਕਰਨ ਦਾ ਕੀ ਦਾਅਵਾ ਕਰ ਸਕਦੇ ਆ, ਕਿਉਂਕਿ ਗੁਰੂ ਪੀਰਾਂ ਨੂੰ ਪਤਾ ਹੁੰਦਾ ਆ। ਅਸੀਂ ਕਿਸੇ ਡੇਰੇ ਚਲ ਜਾਈਏ, ਸੰਤਾਂ ਦੀਆਂ ਫੋਟੋ ਲੱਗੀਆਂ ਹੁੰਦੀਆਂ, ਇਹ ਬਾਬੇ ਨੇ ਇਹ ਚਮਤਕਾਰ ਕੀਤਾ, ਇਹ ਬਾਬੇ ਨੇ ਇਹ ਚਮਤਕਾਰ ਕੀਤਾ। ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਫੋਟੋ ਲੱਗੀਆਂ ਕਿਸੇ ਦੀਆਂ? ਉੱਥੇ ਇੱਕੋ ਇੱਕ ਓਂਕਾਰ ਦੀ ਫੋਟੋ ਆ। ਇੱਕ ਓਂਕਾਰ ਤੋਂ ਬਿਨਾਂ ਕਿਸੇ ਅਦਾਲਤ ਨੇ ਤੁਹਾਨੂੰ ਬਰੀ ਨਹੀਂ ਕਰਨਾ 184 ਚੋਂ। ਫਿਰ ਅਸੀਂ ਇੱਕ ਓਂਕਾਰ ਦਾ ਲੜ ਛੱਡ ਕੇ ਅਸੀਂ ਸਾਧਾਂ ਸੰਤਾਂ ਦਾ ਲੜ ਫੜਦੇ ਹਾਂ। ਅਸੀਂ ਉਹਨਾਂ ਨੂੰ ਮੱਥੇ ਟੇਕਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਲੜ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਦੇ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਛਡਾ ਦਾਂਗੇ 84 ਦੀ ਫਾਂਸੀ ਬਣ ਜਾਵੇਗੀ। ਮਹਾਰਾਜ ਕਹਿੰਦੇ ਹਨ ਅਦਾਲਤ ਇੱਕੋ ਇੱਕ ਦਰਸਾਈ ਆ। ਜਿਹੜਾ ਸੱਚਾ ਸਤਿਗੁਰੂ ਹੁੰਦਾ ਉਹ ਕਹਿੰਦਾ ਇੱਕੋ ਅਦਾਲਤ ਅਕਾਲ ਪੁਰਖ ਦੀ ਆ। ਉਹ ਬਰੀ ਕਰ ਦੇਵੇ ਸੱਚਖੰਡ ਚਲ ਜਾਓਗੇ। ਧਰਮਰਾਜ ਦੇ ਕੋਲ ਫੜਾ ਦੇਵੇ 84 ਭੋਗਾਂਗੇ। ਫਿਰ ਇਹ ਗੁਰਮੁਖ ਜਨੋ ਕਿਸੇ ਸਰਗੁਣ ਦੀ ਪੂਜਾ ਬਾਣੀ 'ਚ ਵਰਜਿਤ ਆ। ਅਸੀਂ ਫਿਰ ਵੀ ਕਰਦੇ ਹਾਂ। ਮੇਲ ਮਿਲਾ ਕੇ ਨਾਲ ਕਬੀਰ ਜਿਹਾਂ ਭਗਤਾਂ ਹਾਂ ਅਸੀਂ ਕਹਿੰਦੇ ਸਾਧ ਸੰਗਤ ਆਈ ਹੈ। ਉਹਦੇ 'ਚ ਕਬੀਰ ਵਰਗਾ ਭਗਤ ਹੈ ਕੋਈ? ਰਵਿਦਾਸ ਵਰਗਾ ਹੈ? ਅਮਰੀਸ਼ ਵਰਗਾ ਹੈ? ਧਰੂ ਵਰਗੇ ਹਨ? ਫਿਰ ਅਸੀਂ ਕਹਿੰਦੇ ਸੰਗਤ ਇਕੱਠੀ ਹੋ ਗਈ। ਮਹਾਰਾਜ ਕਹਿੰਦੇ ਹਨ ਮੇਲ ਮਿਲਾ ਕੇ ਨਾਲ ਕਬੀਰ ਜਹਾਂ ਭਗਤਾਂ ਹਾਂ, ਰਵਿਦਾਸ ਨਾਲ ਜੋੜ ਜੜਾਈ ਆ। ਇਹ ਜੋੜ ਕੇ ਨਹੀਂ ਜੋੜਿਆ। ਉਹ ਜਿਹੜੇ ਠੇਕੇਦਾਰ ਸੀ ਧਰਮਾਂ ਦੇ, ਉਹਨਾਂ ਤੇ ਇਹਨਾਂ ਨੂੰ ਕਬੀਰ ਨੂੰ ਰਵਿਦਾਸ ਨੂੰ ਛੇਦ ਦਿੱਤਾ ਸੀ। ਕਿਹਾ ਜਾਂਦਾ ਕਿ ਜਿਹੜਾ ਬਨਾਰਸ ਦਾ ਰਾਜਨ ਸੀ ਉਹ ਰਵਿਦਾਸ ਦਾ ਸ਼ਿਸ਼ ਬਣ ਗਿਆ। ਉਹਨੇ ਘਰ ਲੰਗਰ ਰੱਖਿਆ, ਪੰਡਤ ਸੱਦੇ, ਉਹਨੇ ਰਵਿਦਾਸ ਨੂੰ ਵੀ ਬੁਲਾ ਲਿਆ। ਜਿਹੜੇ ਸਾਧ ਸੰਤ ਸਨ ਉਹਨਾਂ ਕਿਹਾ ਛੋਟੀ ਜਾਤੀ ਦਾ ਅਸੀਂ ਲੰਗਰ ਨਹੀਂ ਛਕਾਂਗੇ ਇਹਦੇ ਨਾਲ ਬੈਠ ਕੇ। ਕਿਹਾ ਜਾਂਦਾ ਕਿ ਰਵਿਦਾਸ ਉੱਠ ਕੇ ਬਾਹਰ ਖੜਾ ਹੋ ਗਿਆ, ਕਹਿਣ ਲੱਗਾ ਲਓ ਜੀ ਹੁਣ ਲੰਗਰ ਛਕੋ। ਜਦੋਂ ਬੁਰਕੀ ਤੋੜਨ ਥਾਲੀ ਦੇ ਵਿੱਚੋਂ ਉਹ ਰਵਿਦਾਸ ਪਹਿਲਾਂ ਬੁਰਕੀ ਤੋੜ ਲਵੇ। ਸਾਰੇ ਹੈਰਾਨ ਹੋ ਗਏ ਕਿ ਗੱਲ ਕੀ? ਅਗਰ ਖੱਬੇ ਹੱਥ ਨਾਲ ਤੋੜਦੇ ਖੱਬੇ ਪਾਸੇ ਰਵਿਦਾਸ, ਸੱਜੇ ਹੱਥ ਨਾਲ ਤੋੜਦਾ ਸੱਜੇ ਪਾਸੇ ਰਵਿਦਾਸ। ਪ੍ਰਸ਼ਾਦ ਛਕਦਾ ਤੇ ਪਹਿਲਾਂ ਛਕਦਾ। ਛੇਦ ਦਿੱਤਾ, ਖੜਾ ਹੋ ਗਿਆ, ਬਾਹਰ ਹੋ ਕੇ। ਜਿਸ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਚਾਹੇ ਉਹ ਕਬੀਰ ਵਰਗਾ
ਚੁਲਾਹਾ ਹੋਵੇ, ਚਾਹੇ ਰਵਿਦਾਸ ਵਰਗਾ ਹੋਵੇ, ਜਿਹਨੂੰ ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ, ਉਹੋ ਹੀ ਭਗਤ ਬਣਦਾ, ਉਹੋ ਹੀ ਪਵਿੱਤਰ ਹੁੰਦਾ। ਜੇ ਕਹੀਏ ਜਣਾ ਖਣਾ ਜੇ ਅਸੀਂ ਪੱਥਰਾਂ ਇੱਟਾਂ ਨੂੰ ਮੱਥਾ ਟੇਕ ਲਿਆ, ਤੇ ਦਸਮ ਪਾਤਸ਼ਾਹ ਕਿਹਾ ਪੱਥਰਾਂ ਇੱਟਾਂ ਨੂੰ ਮੱਥਾ ਟੇਕਣ ਵਾਲੇ ਸਾਰੇ ਨਰਕਾਂ 'ਚ ਜਾਣਗੇ। ਫਿਰ ਜਦ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਦਾ ਫਤਵਾ ਆ, ਜਾਂ ਸਾਡੇ ਵਰਗੇ ਕੜਾਹ ਖਾਣਿਆਂ ਦਾ ਫਤਵਾ ਆ, ਹੇ ਗੁਰਮੁਖ ਜਨੋ, ਬਾਣੀ ਤੋਂ ਇੱਧਰ ਉੱਧਰ ਨਾ ਜਾਇਆ ਕਰੋ। ਜੋ ਬਾਣੀ 'ਚ ਲਿਖਿਆ ਉਸ ਨੂੰ ਸੱਚ ਕਰਕੇ ਕਬੂਲ ਕਰੋ, ਉਹਦੇ ਉੱਤੇ ਅਮਲ ਕਰੋ, ਤੇ ਬੇਨਤੀ ਜ਼ਰੂਰ ਕਰਿਆ ਕਰੋ, ਹੇ ਅਕਾਲ ਪੁਰਖ ਤੇਰੇ ਬਿਨਾਂ ਸਾਡਾ ਛੁਟਕਾਰਾ ਨਹੀਂ ਹੋਵੇਗਾ। ਜੇ ਕਹਿ ਦਿਓ ਬਾਬੇ ਸਾਡਾ ਛੁਟਕਾਰਾ ਕਰਾ ਦੇਣਗੇ ਤੇ ਨਹੀਂ ਕਰਾਉਣਗੇ। ਤਰਾਜ਼ੂ ਕੰਡਾ ਤੋਲ ਕੇ ਆਪਣੇ ਨਾਲ ਸਾਵਾਂ, ਕਿਤਨੀ ਵੱਡੀ ਗੱਲ ਮਹਾਰਾਜ ਜੀ ਕਹਿ ਗਏ। ਤਰਾਜ਼ੂ ਕੰਡਾ ਤੋਲ ਕੇ ਆਪਣੇ ਨਾਲ ਕਬੀਰ ਨੇ ਤੋਲਿਆ। ਕਬੀਰ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਆ ਕਿ ਭਗਵਾਨ ਆ, ਸਾਡੇ 'ਚ ਅੰਤਰ ਕੋਈ ਨਹੀਂ ਰਹਿ ਗਿਆ। ਸਾਵਾਂ ਤਰਾਜ਼ੂ ਤੋਲ ਦਿੱਤਾ, ਆਪਣੇ ਭਗਤ ਨੂੰ ਆਪਣੇ ਵਰਗਾ ਬਣਾ ਲਿਆ। ਕਿਆ ਸਾਧ ਆਪਣੇ ਵਰਗੇ ਬਣਾਉਂਦੇ, ਮੱਥਾ ਟਿਕਾਉਂਦੇ, ਪੈਸੇ ਲੈਂਦੇ, ਟਿੱਡੇ ਹੁੰਦੇ ਆ। ਤਰਾਜ਼ੂ ਕੰਡਾ ਤੋਲ ਕੇ ਆਪਣੇ ਨਾਲ ਸਾਵਾਂ, ਰੰਗ ਇੱਕੋ ਇੱਕ ਚੜਾਈ ਆ, ਉੱਥੇ ਇੱਕੋ ਹੀ ਰੰਗਣਾ ਪ੍ਰੇਮ ਦੀ ਰੰਗਣਾ ਆ। ਰੰਗ ਇੱਕੋ ਇੱਕ ਚੜਾਈ ਆ, ਫੜ ਕੇ ਗਲੇ ਲਗਾਵਾਂ ਬਾਵਾਂ। ਅਕਾਲ ਪੁਰਖ ਆਪਣੇ ਸਿੱਖ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਮੈਂ ਕਾਫੀ ਦੇਰ ਤੋਂ ਬਾਅਦ ਆਇਆ। ਇਸ ਪਰਿਵਾਰ ਦਾ ਵੀ ਸੂਬੇਦਾਰ ਪਿਆਰਾ ਸਿੰਘ ਮਨਹਾਸ ਤੇ ਬੀਬੀ ਸਵਰਨ ਕੌਰ, ਉਹਨਾਂ ਦੀ ਧਰਮ ਪਤਨੀ, ਉਹਨਾਂ ਦਾ ਦੋਹਾਂ ਦਾ ਲੇਖ ਬਾਣੀ 'ਚ ਮਿਲੇਗਾ। ਪਰਮਾਤਮਾ ਨੇ ਆਪਣੇ ਤੁੱਲ ਕਰ ਲਏ ਬਾਣੀ 'ਚ, ਜਿਸ ਦਾ ਨਾਮ ਆ ਗਿਆ। ਭਾਈ ਲਾਲੋ ਦੇ ਨਾਲ ਗੋਸ਼ਟੀ ਹੋਈ, ਉਹਦਾ 7 ਵਾਰੀ ਨਾਮ ਆਉਂਦਾ, ਜੈਸੀ ਮੇ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਿਸ ਦਾ ਬਾਣੀ 'ਚ ਨਾ ਆ ਗਿਆ, ਉਸ ਨੂੰ ਪਰਮਾਤਮਾ ਨੇ ਆਪਣੇ ਨਾਲ ਸਾਵਾਂ ਤੋਲ ਲਿਆ। ਇਹ ਕੋਈ ਸਾਧ ਸੰਤ ਨਹੀਂ ਤੋਲ ਸਕਦਾ। ਉਹ ਪਰਮਾਤਮਾ, ਆਮ ਅਸੀਂ ਗੁਰਦੁਆਰਿਆਂ 'ਚ ਕਥਾ ਸੁਣਦੇ ਹਾਂ, ਜਿੱਥੇ ਅਸੀਂ ਪਾਤਸ਼ਾਹੀਆਂ ਦੀ ਬਾਣੀ ਨੂੰ ਨਮਸਕਾਰ ਕਰਦੇ ਹਾਂ, ਉੱਥੇ ਨਾਲ ਭਗਤਾਂ ਨੂੰ ਵੀ ਨਮਸਕਾਰ ਹੁੰਦੀ ਹੈ। ਅਗਰ ਇਹਨਾਂ ਗ੍ਰੰਥਾਂ 'ਚ ਇਸ ਮਨਹਾਸ ਪਰਿਵਾਰ ਦਾ ਨਾਮ ਆ, ਤੇ ਜਦੋਂ ਇਹਨਾਂ ਗ੍ਰੰਥਾਂ ਨੂੰ ਅਸੀਂ ਮੱਥਾ ਟੇਕਦੇ ਹਾਂ, ਅਸੀਂ ਉਹਨਾਂ ਨੂੰ ਵੀ ਮੱਥਾ ਟੇਕ ਜਾਂਦੇ ਹਾਂ। ਫਿਰ ਸਾਵਾਂ ਤੋਲ ਹੋ ਗਿਆ। ਅਸੀਂ ਇਹ ਨਹੀਂ ਕਹਾਂਗੇ ਕਿ ਬਾਣੀ ਇੱਧਰ ਕਰ ਦਿਓ, ਉਹ ਉੱਧਰ ਕਰ ਦਿਓ। ਫੜ ਕੇ ਗਲੇ ਲਗਾਵਾਂ ਬਾਵਾਂ, ਡਿੱਗਦਿਆਂ ਲਏ ਉਠਾਈ ਆਹ, ਪਾਰ ਕਰਾਏ ਸ਼ੌ ਦਰਿਆ, ਪਾਰ ਕਰਾਏ ਸ਼ੌ ਜਗਤ ਦਰਿਆਵਾਂ। ਅਸੀਂ ਇਸ ਸੰਸਾਰ ਦੇ ਅੰਦਰ ਪਾਪਾਂ ਦੇ ਸ਼ੌ ਦਰਿਆ ਦੇ ਵਿੱਚ ਭਗਦੇ ਚਲੇ ਜਾਂਦੇ ਹਾਂ। ਪਰ ਜਿਸ ਨੂੰ ਪਰਮਾਤਮਾ ਆਪਣੇ ਗਲੇ ਲਾ ਲੈਂਦਾ ਆ, ਉਹ ਇਹ ਬੇੜਾ ਪਾਰ ਕਰ ਜਾਂਦਾ ਹੈ। ਗੰਗਾ ਹੈ ਭਗੀਰਥ, ਉਸ ਦੇ 40,000 ਪੁਰਖੇ ਮਰ ਗਏ ਜੰਗ 'ਚ। ਕਿਸੇ ਨੇ ਉਸ ਨੂੰ ਕਿਹਾ ਕਿ ਤੂੰ ਅਰਸ਼ਾ 'ਚੋਂ ਗੰਗਾ ਮੰਗਵਾ, ਤੇਰੇ ਪੁਰਖੇ ਉਹ ਆਈ ਗੰਗਾ ਦਾ ਜਲ ਪੀ ਕੇ ਮੁਕਤ ਹੋ ਜਾਣਗੇ। ਉਸ ਨੇ ਤਪ ਕੀਤਾ। ਗੰਗਾ ਜਿਹੜੀ ਆ ਉਹ ਧਰਤੀ ਤੇ ਆਈ। ਲੋਕ ਕਈਆਂ ਕਿਸਮ ਦੀਆਂ ਕਥਾ ਸੁਣਾਉਂਦੇ, ਸ਼ਿਵ ਜੀ ਨੇ ਜਟਾਂ 'ਚ ਪਾ ਲਈ, ਇਹ ਕਰ ਲਿਆ। ਖੈਰ ਕੁਛ ਵੀ ਆ, ਉਹਨਾਂ ਦਾ ਕਲਿਆਣ ਹੋ ਗਿਆ।
ਜਿਨ੍ਹਾਂ ਦੀਆਂ ਬਾਕੀਆਂ ਦੀਆਂ ਅਸਥੀਆਂ ਉੱਚ ਪਈਆਂ ਕਲਿਆਣ ਹੋ ਗਿਆ। ਮਹਾਰਾਜ ਪੂਰਨ ਸਿੰਘ ਜੀ 2-4 ਸਿੱਖਾਂ ਨੂੰ ਨਾਲ ਲੈ ਕੇ ਇੱਕ ਵਾਰੀ ਕਿਸੇ ਕੰਮ ਹਰਿਦੁਆਰ ਚਲੇ ਗਏ। ਉੱਥੇ ਇੱਕ ਸਪਤਰਿਸ਼ੀ ਆਸ਼ਰਮ ਆ, ਉੱਥੇ ਰਾਤ ਕੱਟੀ। ਜਿਸ ਦੇ ਨਾਲ ਗਏ ਸੀ ਉਸ ਦਾ ਨਾਂ ਡਾਕਟਰ ਰੂਪ ਲਾਲ ਬੱਤਰਾ ਸੀ। ਉਹ ਸਵੇਰ ਨੂੰ ਉੱਠ ਕੇ ਆਇਆ ਤੇ ਉਹਨੇ ਬੜੀ ਸਿਫਤ ਕੀਤੀ ਕਿ ਮਹਾਰਾਜ ਜੀ ਲਾਗੇ ਦੀ ਇਹ ਗੰਗਾ ਜਲਦੀ ਹੈ, ਗੰਗਾ ਵਗਦੀ ਹੈ, ਇਹਦੀਆਂ ਲਹਿਰਾਂ ਦੀਆਂ ਆਵਾਜ਼ ਦੇ ਨਾਲ ਬੜੇ ਸੋਹਣੇ ਤਰੰਨਮ ਰਾਗ ਛੱਡਦੇ ਆ, ਪੰਛੀ ਸਵੇਰੇ ਸਵੇਰੇ ਰਾਗ ਲਾਪਦੇ ਆ। ਇਸ ਤਰ੍ਹਾਂ ਕਰਕੇ ਉਹਨੇ ਭੂਮਿਕਾ ਬਣ ਕੇ ਫਿਰ ਪੁੱਛਣ ਲੱਗਾ ਵੀ ਇਹਨਾਂ ਨਿਆਣਿਆਂ ਨੂੰ ਚੁੱਪ ਕਰਾਓ। ਜਦ ਮਹਾਰਾਜ ਜੀ ਨੇ ਕੋਈ ਹੁਕਾਰਾ ਨਾ ਦਿੱਤਾ, ਉਹ ਡਾਕਟਰ ਰੂਪ ਲਾਲ ਨਾਸ਼ਤੇ ਦਾ ਇੰਤਜ਼ਾਮ ਕਰਨ ਲਈ ਚਲਾ ਗਿਆ। ਉਸੇ ਕਮਰੇ ਚੋਂ ਬਾਹਰ ਨਿਕਲਿਆ ਸਾਰੀ ਮਹਾਰਾਜ ਕਹਿਣ ਲੱਗੇ, ਸਾਨੂੰ ਡਾਕਟਰ ਕਹਿੰਦਾ ਸੀਗਾ ਬੜੀ ਸੋਹਣੀ ਨੀਂਦ ਆਈ ਹੋਵੇਗੀ, ਮਾਹੌਲ ਬਹੁਤ ਸੁੰਦਰ ਹੈ। ਕਹਿੰਦੇ ਅਸੀਂ 1 ਮਿੰਟ ਨਹੀਂ ਸੌ ਸਕੇ। 4 ਯੁੱਗ ਦੀਆਂ ਹੱਡੀਆਂ ਜਿਹੜੀਆਂ ਗੰਗਾ 'ਚ ਪਈਆਂ, ਉਹ ਤੜਪ ਤੜਪੇ ਬੇਨਤੀਆਂ ਕਰਦੀਆਂ ਰਹੀਆਂ ਕਿ ਜਿਹੜਾ ਕੋਈ ਆਤਮਾ ਸਾਡੇ ਅੰਦਰ ਕਦੀ ਵਸ ਕਰ ਗਿਆ, ਕਿਸੇ ਦਾ ਕਲਿਆਣ ਨਹੀਂ ਹੋਇਆ, ਉਹਨਾਂ ਦਾ ਕਲਿਆਣ ਕਰ ਦਿਓ। ਸਾਨੂੰ ਉਹਨਾਂ ਨੇ, ਜਿਹਨੂੰ ਲੋਕੀ ਕਹਿੰਦੇ ਕਲਿਆਣ ਹੋ ਗਿਆ ਗੰਗਾ 'ਚ ਨਾਤਿਆਂ, ਉਹ ਪ੍ਰੇਤਾਂ ਨੇ ਸਾਨੂੰ ਸੌਣ ਨਹੀਂ ਦਿੱਤਾ। ਅਸੀਂ ਵੀ ਪਾਠ ਕਰਾਉਂਦੇ ਹਾਂ, ਔਰ ਪਾਠ ਹੁੰਦਾ ਅਰਦਾਸ ਕਿੰਨੇ ਦੀ? ਕੀ ਪੈਸਿਆਂ ਦੇ ਨਾਲ ਸੱਚਖੰਡ ਜਿਹੜਾ ਉਹਦਾ ਮਾਰਗ ਖਰੀਦਿਆ ਜਾਂਦਾ? ਇਸ ਬਾਣੀ 'ਚ ਜੋ ਆਪ ਜੀ ਨੇ ਸਰਵਣ ਕੀਤਾ, ਉਹ ਮਾਰਗ ਜਿਨ੍ਹਾਂ ਉੱਪਰ ਹਰਜੂ ਦਇਆ ਕਮਾਈ ਆ, ਉਹਨਾਂ ਨੂੰ ਉਹ ਮਾਰਗ ਮਿਲਦਾ, ਦੂਜਿਆਂ ਨੂੰ ਨਹੀਂ ਮਿਲਦਾ। ਫਿਰ ਇਹ ਜਿਹੜੇ ਜਗਤ ਦੇ ਕਰਮ ਕਾਂਡ ਆ, ਇਹ ਮਲੇਸ਼ੀਆਂ ਦੇ ਬਣਾਏ ਹੋਏ ਕਰਮ ਕਾਂਡ ਆ, ਜਦ ਤੱਕ ਅਸੀਂ ਉਹਨਾਂ ਨੂੰ ਨਹੀਂ ਤਿਆਗਾਂਗੇ ਤਦ ਤੱਕ ਇਹ ਗੁਰਮੁਖ ਜਨੋ, ਜੇ ਅਸੀਂ ਕਹੀਏ ਕਿ ਸਾਨੂੰ ਮੋਕਸ਼ ਮਿਲ ਜਾਏਗੀ, ਨਹੀਂ ਮਿਲੇਗੀ। ਅਸੀਂ ਆਪਣਾ ਜੀਵਨ ਸਤਿਗੁਰੂ ਦੇ ਚਰਨਾਂ 'ਚ ਅਰਪਣ ਕਰਨ ਦੀ ਬਜਾਏ ਅਸੀਂ ਪਖੰਡੀ ਸਾਧਾਂ ਸੰਤਾਂ ਦੇ ਕਰ ਦਿੰਦੇ ਹਾਂ ਅਰਪਣ, ਜਿਹੜੇ ਕਿ ਸਾਡਾ ਕਲਿਆਣ ਨਹੀਂ ਕਰ ਸਕਦੇ। ਪਾਰ ਕਰਾਏ ਸੌ ਜਗਤ ਦਰਿਆਵਾਂ, ਕਿਉਂ ਅਸੀਂ ਉਹਨਾਂ 'ਚ ਡੁੱਬਦੇ ਹਾਂ? ਕੂੜੀ ਕਿਰਿਆ ਕਰਕੇ। ਕੂੜੀ ਕਿਰਿਆ ਸਾਨੂੰ ਇਹ ਸੌ ਦਰਿਆ ਦੇ ਵਿੱਚ ਡੋਬਦੀ ਆ। ਇਸ ਤੋਂ ਪਾਰ ਕਰਨ ਲਈ ਸਾਨੂੰ ਸਤਿਗੁਰੂ ਦੀ ਸ਼ਰਨ ਜਾਣਾ ਚਾਹੀਦਾ ਹੈ। ਕੂੜੀ ਧਾਰ ਨਾ ਕੋਏ ਵਹਾਈ ਆ, ਜੇ ਸਤਿਗੁਰੂ ਦੀ ਸ਼ਰਨ ਮਿਲ ਜਾਏ ਤੇ ਫਿਰ ਇਹ ਕੂੜ ਦਾ ਜਿਹੜਾ ਅਸੀਂ ਵਪਾਰ ਕਰਦੇ ਹਾਂ, ਇਹ ਸਾਨੂੰ ਨਰਕਾਂ ਵੱਲੇ ਨਹੀਂ ਲਿਜਾਵੇਗਾ। ਬਲਹਾਰੀ ਉਹਨਾਂ ਗੁਰਮੁਖਾਂ ਗੁਰਸਿੱਖਾਂ ਜਾਵਾਂ। ਅਸੀਂ ਵੀ ਸਾਰੇ ਬੈਠੇ ਹਾਂ, ਅਸੀਂ ਵੀ ਸਾਰੇ ਕਹਿੰਦੇ ਹੁਣ ਅਸੀਂ ਗੁਰਸਿੱਖ ਹਾਂ, ਅਸੀਂ ਗੁਰਮੁਖ ਹਾਂ। ਬਾਣੀ ਦੇ ਅੰਦਰ ਗੁਰਮੁਖ ਦੀ, ਗੁਰਸਿੱਖ ਦੀ ਉਪਾਧੀ ਦੇ ਉੱਤੇ ਸਤਿਗੁਰਾਂ ਠੱਪਾ ਲਾਇਆ ਹੋਇਆ। ਸਾਡੇ ਕਿਆ ਸਾਰੇ ਗੁਰਮੁਖ ਨਹੀਂ ਬਣ ਜਾਣੇ? ਸਾਡੇ ਕਿਆ ਸਾਰੇ ਗੁਰਸਿੱਖ ਨਹੀਂ ਬਣ ਜਾਣੇ? ਉਹ ਬਣ ਗਏ ਗੁਰਮੁਖ, ਉਹ ਗੁਰਸਿੱਖ ਬਣ ਗਏ ਜੋ ਬਣ ਬੈਠੇ ਪਾਂਦੀ ਰਾਈ ਆ। ਜਿਹੜੇ ਸਤਿਗੁਰੂ ਦੇ ਘਰ ਦੇ ਪਾਂਦੀ ਬਣ ਜਾਣਗੇ, ਕੇਵਲ ਉਹਨਾਂ ਉੱਤੇ ਮੋਹਰ ਲੱਗੇ ਕਿ ਉਹ ਗੁਰਮੁਖ ਆ। ਜਿਹੜੇ ਸਿਰਫ ਕਲਯੁਗ ਦੀ ਕੂੜੀ ਕਿਰਿਆ ਦੇ ਵਿੱਚ ਵਹਿੰਦੇ ਜਾਣਗੇ, ਉਹ ਗੁਰਮੁਖ ਨਹੀਂ, ਉਹ ਸੰਤ ਨਹੀਂ। ਫਿਰ ਬਾਣੀ ਦੇ ਅੰਦਰ ਮਹਾਰਾਜ ਫਰਮਾਨ ਕਰਦੇ ਆ, ਇਹ ਮੋਹਰ ਕਿੱਦਾਂ ਲੱਗਦੀ ਹੈ, ਪਾਂਦੀ ਕਿੱਦਾਂ ਬਣਦਾ ਹੈ। ਹੇ ਗੁਰਮੁਖ ਜਨੋ, ਛੋਟੇ ਹੁੰਦੇ ਗਏ ਅਨੰਦਪੁਰ ਗਿਆ, ਦੇਖਿਆ ਬੜਾ ਕੁਛ। ਲੋਕੀ ਅਨੰਦਪੁਰ ਹੁਣ ਵੀ ਜਾਂਦੇ ਆ, ਹੁਣ ਵੀ ਨੈਣਾ ਦੇਵੀ ਨੂੰ ਜਾਂਦੇ ਦੇਖਣ। ਚਲੋ ਚੱਲੀਏ, ਚਲੋ ਚੱਲੀਏ। ਜਿੱਥੇ ਕਿ ਦਸਮ ਪਾਤਸ਼ਾਹ ਨੇ ਜਿੰਨੀ
ਸਮੱਗਰੀ ਹਵਨ ਲਈ ਆਂਦੀ ਸਾਰੀ ਸਾੜ ਦਿੱਤੀ ਸੀ। ਪੰਡਿਤ ਭੱਜ ਗਿਆ ਸੀ, ਹਵਨ ਨਹੀਂ ਹੋਇਆ। ਔਰ ਸਮੱਗਰੀ ਦੇ ਵਿੱਚੋਂ ਇੱਕ ਲਾਟ ਪ੍ਰਗਟ ਹੋਈ। ਲੋਕ ਕਹਿੰਦੇ ਆ ਉਹ ਦਸਮ ਪਾਤਸ਼ਾਹ ਦੇ ਅੰਦਰ ਪ੍ਰਕਾਸ਼ ਸੀਗਾ ਪਰਮਾਤਮਾ ਦਾ। ਉਹ ਅੱਗ ਦੀ ਲਾਟ ਨਹੀਂ ਸੀ, ਉਹ ਪਰਮਾਤਮਾ ਦਾ ਪ੍ਰਕਾਸ਼ ਸੀ। ਜਿਸ ਪ੍ਰਕਾਸ਼ ਨੇ ਦਸਮ ਪਾਤਸ਼ਾਹ ਨੂੰ ਕਿਹਾ ਕਿ ਗੋਬਿੰਦ, ਇਹ ਹਿੰਦੂ ਧਰਮ ਨੂੰ ਬਚਾਉਣ ਲਈ ਜਾਂ ਪੰਜ ਪਿਆਰੇ ਸਾਜ। ਉਹ ਪਿਆਰਿਆਂ ਦਾ ਸਰੂਪ, ਇਹ ਜੋ ਸਾਡਾ ਸਿੱਖ ਪੰਥ ਦਾ ਨਿਸ਼ਾਨ ਸਾਹਿਬ ਆ, ਇਸ ਰੰਗ ਦੇ ਕੱਪੜੇ ਸਨ। ਲੇਕਿਨ ਲੋਕੀ ਹੁਣ ਉੱਥੇ ਪੱਥਰ ਦੀ ਮੂਰਤੀ ਨੂੰ ਦੇਖਣ ਜਾਂਦੇ। ਮਹਾਰਾਜ ਕਹਿੰਦੇ ਉਹ ਗੁਰਮੁਖਿਆ, ਉਹ ਗੁਰਸਿੱਖਿਆ ਜਿਹੜਾ ਸਤਿਗੁਰ ਦੇ ਘਰ ਦਾ ਪਾਂਧੀ ਬਣ ਜਾਏ। ਸਤਿਗੁਰ ਦੇ ਘਰ ਦਾ ਪਾਂਧੀ ਉਹ ਬਣਦਾ ਜਿਹੜਾ ਆਪਾ ਤਿਆਗ ਦੇਵੇ। ਜਿਸ ਨੇ ਆਪਾ ਨਹੀਂ ਤਿਆਗਿਆ ਉਹ ਸਤਿਗੁਰ ਦੇ ਘਰ ਦਾ ਪਾਂਧੀ ਨਹੀਂ ਹੋ ਸਕਦਾ। ਹੰਗ ਬ੍ਰਹਮ ਅਗਰ ਛੁਟਕਾਰਾ ਪਾਉਣਾ, ਅਗਰ ਅੱਜ ਸਤਿਗੁਰੂ ਨਹੀਂ ਹੈ, ਰਹਿੰਦਾ ਸਦਾ ਹੀ ਹੈ ਸ੍ਰਿਸ਼ਟੀ ਦੇ ਉੱਤੇ, ਕਦੀ ਅਲੋਪ ਹੋ ਜਾਂਦਾ, ਕਦੀ ਜ਼ਾਹਰ ਹੋ ਜਾਂਦਾ, ਪਰ ਆਪਣੇ ਪਿੱਛੇ ਆਪਣੇ ਜਿਵੇਂ ਆਕਾਸ਼ ਤੋਂ ਤਾਰਾ ਟੁੱਟਦਾ, ਉਹ ਇੱਕ ਪਿੱਛੇ ਲਾਈਨ ਛੱਡ ਜਾਂਦਾ। ਸੱਚਾ ਸਤਿਗੁਰੂ ਆਪਣੇ ਪਿੱਛੇ ਤੁਰੋਂ ਆਈ ਬਾਣੀ ਦੀ ਲਾਈਨ ਛੱਡ ਜਾਂਦਾ। ਔਰ ਇਸ ਪੰਕਤੀ ਵਿੱਚ ਮਹਾਰਾਜ ਫਰਮਾਨ ਕਰਦੇ ਆ, ਹੰਗ ਬ੍ਰਹਮ ਲੱਖ 84 ਜੀਵ ਜੰਤ, ਜਿਤਨੇ ਪ੍ਰਾਣੀ ਹਨ ਉਹਨਾਂ ਸਾਰਿਆਂ ਦੇ ਅੰਦਰ ਆਤਮਾ ਹੈ। ਹੰਗ ਬ੍ਰਹਮ ਲੱਖ 84 ਜੀਵ ਜੰਤ, ਸ੍ਰਿਸ਼ਟ ਸਵਾਈ ਬਣਾਵਾ, ਇਹ ਸਾਰੀ ਉਸ ਦੀ ਬਣਤਰ ਆ। ਫਿਰ ਉਸ ਦੇ ਹੁਕਮ ਦੀ ਪਾਲਣਾ ਸਾਨੂੰ ਕਰਨੀ ਚਾਹੀਦੀ ਹੈ ਜਾਂ ਅਸੀਂ ਮਨਮਤ ਕਰੀਏ। ਅਤੇ ਉਹ ਕੰਮ ਕੀ ਕਰਦਾ? परमात्मा निराकार। जितने धर्म आ, अगर वेद लईए तो उन्हों का भी उच्चारण सब तो पहला ओम तो होया। अगर असी कुरान लेंदे आ, वो अल्लाह तो होया, ला इलाहा इल्लल्लाह मुहम्मद रसूलुल्लाह। वेद भी अहंग ब्रह्म अस्मि कहते हैं। श्री गुरु ग्रंथ साहिब जी सोहंग का शब्द है, सो परमात्मा हंग जीव आत्मा। महाराज कहते आ, मैं ये मार्ग चलाया, हे जीवो अपनी आत्मा परमात्मा को गिरवी रख देना। हंग ब्रह्म लख 84 जीव जंत सारिया दे अंदर आ, सृष्ट सवाई बनावा। हाँ मैं निर्गुण। ये दोने धारा आत्म परमात्म परमात्मा नहीं बनाइया हुई निराकार हैं। महाराज कहते निर्गुण होके निर्गुण वंड वंडाई आ, ओदी वंड ते फिर आत्मा आ। ओदी वंड तन वजूद नहीं, असी तन वजूदा नाल सेवा करते हैं, आत्मा नाल नहीं करते। झक्खड़ झांगी मीह परसे, पी गुर दर्शन करन जांदा। असी जाने आ, कोई चाह पिलाउंदा। शायद जिन्हां ने अज तो 40-50 साल पहला हरमंदर साहब गए हों, अकाल तख्त दियां पौड़ियां चढ़ते सां, जिथों पहली टर्न लेंदे आ, जिथे गुरु ग्रंथ साहिब दा प्रकाश है, उत्थे छोटा जिहा चबूतरा सी। उस दे उत्ते लिखिया सीगा सिख चाह नहीं पीणगे। अज हरमंदर च भी चाह पिलाई जाती सवेर। अज तो 40-50 साल मैं खुद पढ़िया कि चाह नहीं पीणगे सिख। हुण ते पग्गां भी नीलियां ते कच्छ च नशे भी आ।
ਇਹੋ ਸਾਡਾ ਧਰਮ ਰਹਿ ਗਿਆ। ਇਹ ਆਤਮਾ ਪਰਮਾਤਮਾ ਦੀ ਆ, ਇਹ ਨਸ਼ਿਆਂ ਨਾਲ ਨਹੀਂ ਚੱਲੇਗੀ। ਮਹਾਰਾਜ ਕਹਿੰਦੇ ਆ ਮੈਂ ਨਿਰਗੁਣ ਹੋ ਕੇ ਮੇਰੀ ਵੰਡ ਨਿਰਗੁਣ ਆ, ਮੈਂ ਨਿਰੰਕਾਰ ਹਾਂ, ਮੈਂ ਆਤਮਾ ਨੂੰ ਘੜਿਆ ਆ। ਇਹ ਤੇ ਪੰਜ ਤੱਤ, ਇਹ ਤੱਤਾਂ ਦਾ ਆ। ਨਿਰਗੁਣ ਹੋ ਕੇ ਨਿਰਗੁਣ ਵੰਡ ਵੰਡਾਈ ਆ। ਰਾਜਿਆਂ ਦਾ ਰਾਜਾ, ਜਿੱਥੋਂ ਇਹ ਜਕਾਰਾ ਤੁਸੀਂ ਸੁਣਿਆ, ਸੋਹੰਗ, ਇਹ ਪਰਮਾਤਮਾ ਦੀ ਰਚਨਾ। ਸੋ ਪਰਮਾਤਮਾ ਹੰਗ ਜੀਵ ਆਤਮਾ। ਇਹ ਜੀਵ ਆਤਮਾ ਤੇ ਪਰਮਾਤਮਾ ਦੀ ਵੰਡ ਨਿਰੰਕਾਰ ਨੇ ਆਪ ਕੀਤੀ ਆ। ਮਹਾਰਾਜ ਕਹਿੰਦੇ ਰਾਜਿਆਂ ਦਾ ਰਾਜਾ, ਮੇਰੇ ਤੋਂ ਕੋਈ ਹੋਰ ਵੱਡਾ ਰਾਜਨ ਨਹੀਂ ਆ। ਰਾਜਿਆਂ ਦਾ ਰਾਜਾ ਮਹਾਰਾਜ ਅਖਵਾਵਾਂ, ਜੋ ਤੁਸੀਂ ਜੁਕਾਰਾ ਸੁਣਿਆ, ਸੋਹੰਗ ਮਹਾਰਾਜ। ਮਹਾਰਾਜ ਦਾ ਅਰਥ ਰਾਜਿਆਂ ਦਾ ਰਾਜਾ। ਉਸ ਤੋਂ ਹੋਰ ਕੋਈ ਵੱਡਾ ਰਾਜਾ ਨਹੀਂ, ਨਾ ਵਿਸ਼ਨੂੰ, ਨਾ ਬ੍ਰਹਮਾ, ਨਾ ਸ਼ਿਵ ਕੋਈ ਹੈ। ਰਾਜਿਆਂ ਦਾ ਰਾਜਾ ਅਖਵਾਵਾਂ, ਸੱਚਖੰਡ ਨਿਵਾਸੀ, ਸੱਚਾ ਸ਼ਹਿਨਸ਼ਾਹੀ ਆ। ਉਹ ਪੱਥਰਾਂ ਇੱਟਿਆਂ 'ਚ ਨਹੀਂ ਵਸਦਾ, ਉਹ ਦਿਸ਼ਾਵਾਂ 'ਚ ਨਹੀਂ ਵਸਦਾ, ਉਹ ਸੱਚਖੰਡ ਰਹਿੰਦਾ ਹੈ। ਫਿਰ ਸਾਨੂੰ ਉਹ ਸੱਚਖੰਡ ਨਿਵਾਸੀ ਅਕਾਲ ਪੁਰਖ, ਜੋ ਸਾਰਿਆਂ ਦਾ ਰਾਜਨ ਆ, ਉਸ ਦੀ ਸ਼ਰਨ ਲੈਣੀ ਪਵੇਗੀ। ਇਹ ਨਹੀਂ ਜਿਹੜਾ ਮਰਜੀ ਆਇਆ ਸਾਧ ਸੰਤ ਆਇਆ ਤੇ ਉਹਦੀ ਆਸ਼ੀਰਵਾਦ ਲੈਣ ਲਈ ਮੁੱਠੀ ਪਰ ਆਟਾ ਪਾ ਦਿਓ ਤੇ ਸ਼ਾਇਦ ਉਹ ਆਸ਼ੀਰਵਾਦ ਦੇ ਦੇ ਤੇ ਕਹਿ ਦਈਏ ਸਾਡਾ ਕਲਿਆਣ ਹੋ ਜਾਏਗਾ। ਮਹਾਰਾਜ ਅਖਵਾਵਾਂ, ਸੱਚਖੰਡ ਨਿਵਾਸੀ, ਸੱਚਾ ਸ਼ਹਿਨਸ਼ਾਹੀ ਆ। ਉਸ ਦਾ ਤੀਸਰਾ ਸ਼ਬਦ, ਪਹਿਲਾਂ ਸੋਹੰਗ, ਫਿਰ ਮਹਾਰਾਜ, ਸ਼ੇਰਾਂ ਦਾ ਸ਼ੇਰ। ਅਸੀਂ ਕਹਿੰਦੇ ਆ ਸ਼ਿਵ ਜੀ ਬੜਾ ਕਹਿੰਦੇ ਆ, ਉਹ ਸਾਰਿਆਂ ਦਾ ਵੱਧ ਕਰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਨਹੀਂ, ਉਹ ਸਾਰਿਆਂ ਦਾ ਵੱਧ ਨਹੀਂ ਕਰਦਾ, ਉਸ ਦਾ ਵੱਧ ਕਰਨ ਵਾਲਾ ਵੀ ਕੋਈ ਹੈਗਾ। ਮਹਾਬਲੀ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਬਾਣੀ 'ਚ ਨੇਕ ਕਲੰਕ ਉਤਰਸੀ ਮਹਾਬਲੀ ਅਵਤਾਰ। ਮਹਾਬਲੀ ਦੇ ਅੱਗੇ ਕੋਈ ਨਹੀਂ ਅੜੇਗਾ, ਨਾ ਸ਼ਿਵ ਜੀ ਤੇ ਨਾ ਬ੍ਰਹਮਾ ਆਦਿ, ਨਾ ਦੂਸਰੇ ਦੇਵਤੇ। ਇਸ ਲਈ ਮੇਰੇ ਨਾਂ ਦੇ ਨਾਲ ਮੈਂ ਸ਼ੇਰਾਂ ਦਾ ਸ਼ੇਰ, ਮੈਂ ਸਾਰਿਆਂ ਤੋਂ ਸ਼ਕਤੀਸ਼ਾਲੀ ਹਾਂ। ਪਰਮਾਤਮਾ ਕਹਿੰਦਾ ਮੈਂ ਆਤਮ ਪਰਮਾਤਮਾ ਦਾ ਨਾਤਾ ਮੈਂ ਬਣਾਇਆ, ਮੈਂ ਰਾਜਿਆਂ ਦਾ ਰਾਜਾ ਹਾਂ, ਮੈਂ ਸ਼ੇਰਾਂ ਦਾ ਸ਼ੇਰ ਮਹਾਬਲੀ ਹਾਂ। ਆਪਣਾ ਜ਼ੋਰ ਪ੍ਰਗਟਾਵਾਂ। ਹਰ ਬਾਣੀ ਪੜ੍ਹੋਗੇ, ਸ਼ਿਵ ਜੀ ਵੀ ਬਦਲ ਦਿੱਤਾ, ਇੰਦਰ ਵੀ ਬਦਲ ਦਿੱਤਾ। ਜਿਹੜਾ ਬੱਜਰ ਦਾ ਸ਼ਸਤਰ ਇੰਦਰ ਦਾ, ਉਹਦੇ ਅੱਗੇ ਕੋਈ ਨਹੀਂ ਅਟਕਦਾ ਸੀ। ਫਿਰ ਜਿਹੜੇ ਆਪਣੇ ਆਪ ਨੂੰ ਮਹਾਬਲੀ ਕਹਿੰਦੇ ਸਨ, ਉਹਨਾਂ ਨੂੰ ਵੀ ਮਹਾਰਾਜ ਨੇ ਬਦਲ ਦਿੱਤਾ। ਸ਼ੇਰਾਂ ਦਾ ਸ਼ੇਰ, ਆਪਣਾ ਜ਼ੋਰ ਪ੍ਰਗਟਾਵਾਂ, ਦੂਜਾ ਸਾਨੀ ਨੇ ਕੋਈ ਨਾ, ਮੇਰੇ ਵਰਗਾ ਹੋਰ ਕੋਈ ਨਹੀਂ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਮਹਾਬਲੀ ਕਿਹਾ। ਉਸ ਅਕਾਲ ਪੁਰਖ ਨੇ ਮਾਤਲੋਕ ਅੰਦਰ ਜਾਮਾ ਤਾਰਿਆ। ਅਸੀਂ ਵਿਸ਼ਨੂੰ ਦੇਵਤੇ ਨੂੰ ਸੱਦਦੇ ਹਾਂ। ਇਸ ਜੈਕਾਰੇ ਵਿੱਚ ਵਿਸ਼ਨੂੰ ਦਾ ਵੀ ਨਾਮ ਹੈ। ਮਹਾਰਾਜ ਕਹਿੰਦੇ ਵਿਸ਼ਨੂੰ ਹੋ ਕੇ ਘਰ ਘਰ ਦਰ ਦਰ ਸਭ ਦੀ ਸੇਵਕ ਮਾਵਾਂ। ਫਿਰ ਜਿਹੜਾ ਬ੍ਰਹਮਾ 36 ਯੁੱਗ ਕਮਲ ਨਾਭ ਦੇ ਵਿੱਚ ਘੁੰਮਦਾ ਰਿਹਾ, ਜਿਹੜਾ ਸ਼ਿਵ ਜੀ ਅੱਜ ਤੱਕ ਆਪਣੀ ਕੰਧ ਨਹੀਂ ਢੱਕ ਸਕਿਆ, ਅੰਤ ਤੇ ਉਹਦਾ ਵੀ ਹੋਵੇਗਾ। ਤੁਸੀਂ ਰਹਿਰਾਸ ਦਾ ਪਾਠ ਕਰਦੇ ਹੋਗੇ ਸ਼ਾਮ, ਉਸ ਦੇ ਵਿੱਚ ਵੀ ਜੇ ਸ਼ਿਵ ਜੀ ਕਹਿੰਦਾ ਕਿ ਸਭ ਤੋਂ ਮੈਂ ਸ਼ਕਤੀਸ਼ਾਲੀ ਹਾਂ, ਪਰ ਉਸ ਦੇ ਵਿੱਚ ਪੰਕਤੀ ਆਉਂਦੀ, ਉਹ ਵੀ ਪਰਮਾਤਮਾ ਦਾ ਭੇਦ ਨਹੀਂ ਪਾ ਸਕਿਆ। ਫਿਰ ਜਿਸ ਦੀ ਅਸੀਂ ਜੈਕਾਰ ਕਰਦੇ ਹਾਂ, ਉਹ ਆਤਮ ਦਾ ਕਾਰਨ ਕਰਨ ਵਾਲਾ ਪਰਮਾਤਮਾ, ਉਹ ਰਾਜਿਆਂ ਦਾ ਰਾਜਨ, ਉਹ ਸਾਰਿਆਂ ਤੋਂ ਸ਼ਕਤੀਸ਼ਾਲੀ ਮਹਾਬਲੀ,
ਆਤਮ ਘਰਕ, ਆਤਮਾ ਨੂੰ ਨਾਮ ਦਾ ਰਿਜ਼ਕ ਦੇਣ ਵਾਲਾ। ਸ਼ਿਵ ਜੀ ਰੋਟੀਆਂ, ਵਿਸ਼ਨੂੰ ਰੋਟੀਆਂ ਦਿੰਦਾ, ਲੰਗਰ ਲਵਾਉਂਦਾ। ਆਤਮਾ ਦਾ ਘਰ ਨਾਮ ਦਾ ਲੰਗਰ ਕੌਣ ਲਵਾਉਂਦਾ? ਉਹ ਅਕਾਲ ਪੁਰਖ ਕਰਾਉਂਦਾ ਹੈ। ਗੁਰਮੁਖ ਜਨੋ, ਭਗਵਾਨ ਹੋ ਕੇ ਇੱਥੇ ਉੱਥੇ ਦੋ ਜਹਾਨਾਂ, ਆ ਜੁਗਾਤ ਇੱਕੋ ਹੁਕਮ ਸੁਣਾਵਾ। ਫਿਰ ਚਾਹੇ ਲੋਕ ਆ, ਪਰਲੋਕ ਆ, ਬ੍ਰਹਮੰਡ ਖੰਡ ਆ, ਉੱਥੇ ਕੇਵਲ ਪਰਮਾਤਮਾ ਦਾ ਹੁਕਮ ਚੱਲਦਾ, ਕਿਸੇ ਦੇਵੀ ਦੇਵਤੇ ਦਾ ਨਹੀਂ। ਲੋਕੀ ਕਹਿੰਦੇ ਪਿੱਤਰ ਲੋਕ ਆ, ਸ਼ਿਵ ਲੋਕ ਆ, ਬ੍ਰਹਮ ਲੋਕ ਆ, ਉਹਨਾਂ ਦੀ ਉੱਥੋਂ ਤੱਕ ਰਸਾਈ ਆ। ਬਾਕੀ ਬ੍ਰਹਮੰਡ ਖੰਡ ਨੂੰ ਕੌਣ ਚਲਾਉਂਦਾ? ਉਹ ਇੱਕ ਓਂਕਾਰ ਭਗਵਾਨ ਨਿਰਾਕਾਰ ਹੈ। ਨਾ ਕੋਈ ਮੇਟੇ ਮੇਟ ਮਟਾਈ ਆ। ਸਾਜੋ ਤ੍ਰੇਤਾ ਦੁਆਪਰ ਕਲਯੁਗ, ਗੁਰ ਅਵਤਾਰ ਪੈਗੰਬਰਾਂ ਪੀਰ ਪੈਗੰਬਰਾਂ ਕੋਲੋਂ ਜੈ ਜੈਕਾਰ ਕਰਾਵਾਂ, ਬਿਨ ਜੈਕਾਰ ਬਚਿਆ ਰਹਿਣ ਕੋਈ ਨਾ ਪਾਈ। ਜਿਤਨੇ ਗੁਰੂ ਪੀਰ ਪੈਗੰਬਰ ਆਏ ਸਾਰਿਆਂ ਨੇ ਨਿਰਗੁਣ ਨਿਰੰਕਾਰ ਦੀ ਜੈ ਕੀਤੀ। ਫਿਰ ਆਪਾਂ ਕਿਸੇ ਨਾ ਕਿਸੇ ਰੂਪ ਚ, ਕਿਸੇ ਨਾ ਕਿਸੇ ਗੁਰੂ ਪੀਰ ਦੇ ਨਾਲ ਘਰਾਣੇ ਕਰਕੇ, ਵੈਸੇ ਕਰਕੇ ਜੇ ਜੁੜੇ ਹੋਏ ਆ, ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਗੁਰੂਆਂ ਪੀਰਾਂ ਨੇ ਵੀ ਅਕਾਲ ਪੁਰਖ ਦੀ ਜੈ ਜੈਕਾਰ ਕੀਤੀ। ਤੇ ਬੀਬੀ ਸਵਰਨ ਕੌਰ ਨੂੰ ਵੀ ਯਾਦ ਕਰੀਏ ਕਿ ਉਦੋਂ ਬਾਅਦ ਮੈਂ ਤੇ ਸਤਸੰਗ ਤੇ ਨਹੀਂ ਆਇਆ, ਹੁਣ ਆਇਆ ਬੀਬੀ ਸਵਰਨ ਕੌਰ ਦੇ ਪੂਰੇ ਹੋਣ ਤੋਂ ਬਾਅਦ। ਆਓ ਘਰ ਵਾਲੇ ਜੀ, ਉਹ ਕੱਲਾ ਸ਼ੇਰ ਗੱਜੂ ਸਾਡਾ ਨਾਮ ਯਾਰ। मैं शामिल किसी क्या मैंने पढ़ लो, मैंने बता दी जंग लगावे पढ़ दिए ना लगे सतयुग सरदार लगे सतयुग सरदार लगे सतयुग सरदार लगे भोग, सतयुग सरदार लगे भोग जियो। तम मिलदी मोगत, तम मिलदी मोगत, जो जन हर हर रसन उचारा लगे भोग, सतयुग सरदार लगे भोग, सतयुग सरदार लगे भोग जियो। जोत स्वरूप स्वरूप करके पार उतारा लगे भोग, सतयुग सरदार लगे भोग जियो। सरदार लगे भोग जियो। सतयुग सरदार
ਅਵਤਾਰ ਅਕਾਲ ਪੁਰਖ ਜਿਹਨੇ ਚੌਂ ਜੁਗਾਂ ਤੋਂ ਬਾਅਦ ਸੱਤ ਜੁਗ ਦਾ ਮਾਤਮ ਤੂੰ ਨਿਰਮਾਣ ਕੀਤਾ ਆ ਉਹ ਸਰਦਾਰ ਆ। ਕੋਈ ਇਹ ਨਹੀਂ ਮੇਰੇ ਵਰਗਾ ਦਾੜੀ ਕੇ ਢੋਂਗੀ ਆ ਗਿਆ ਰਾਕੇ ਸਰਦਾਰ। ਬੋਲੋ ਜੀ ਕਰ ਬੋਲੋ। ਸੋ ਹਨੂਮਾਨ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹਨੂਮਾਨ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹਨੂਮਾਨ ਸ਼ੇਰ ਸਿੰਘ ਵਿਸ਼ਨੂੰ ਭਗਵਾਨ